ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਗੁਰੂ ਨਾਨਕ ਸਾਹਿਬ ਹਜੂਰ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਦੀ ਸਭ ਨੂੰ ਵਧਾਈ। ਮਹਾਰਾਜ ਦੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ, ਆਨੰਦ ਦੀ ਬਾਣੀ ਦੀ ਵਿਚਾਰ ਅਸੀਂ ਕੁਝ ਚਿਰ ਤੋਂ ਕਰ ਰਹੇ ਹਾਂ। ਅੱਜ 70ਵੀਂ ਪੌੜੀ ਦੀ ਵਿਚਾਰ ਆਰੰਭ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਵਨ ਦੇ ਮਿਲਣ ਦੀ ਕਹਾਣੀ ਹੈ, ਅਕਥ ਕਥਾ ਹੈ। ਜੀਵਨ ਵਿੱਚ ਮਿਲਣ ਕਿਸ ਤਰ੍ਹਾਂ ਹੁੰਦਾ ਹੈ, ਸਾਰੇ ਜੀਵਨ ਦੀ ਵਿਚਾਰ ਦਾ ਸਮਾਧਾਨ ਕੀ ਹੈ ਜੀਵਨ ਦਾ। ਇਸ ਮਿਲਣ ਦੇ ਵਿੱਚ ਕੀ ਵਿਘਨ ਆਉਂਦੇ ਹਨ ਔਰ ਕੀ ਸਹਿਯੋਗੀ ਸ਼ਕਤੀਆਂ ਨੇ, ਉਹਨਾਂ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਅੱਗੇ ਰੱਖਦੇ ਹਨ। ਜੀਵਨ ਦੀ ਕੰਡੀਸ਼ਨਸ ਅਲੱਗ-ਅਲੱਗ ਹੋ ਸਕਦੀਆਂ ਹਨ। ਮੇਰੇ ਜੀਵਨ ਦੇ ਪਹਿਲੂ ਔਰ ਆਪ ਦੇ ਪਹਿਲੂ ਵੱਖ ਹੋਣਗੇ ਹੀ। ਜੋ ਕੁਝ ਬਦਲਾਵ ਵਿੱਚ ਹੈ ਉਹ ਸਦਾ ਹੀ ਬਦਲਦਾ ਜਾਂਦਾ ਹੈ, ਪਰ ਇਸ ਜੀਵਨ ਦਾ ਸਾਹੂਮਿਕ ਤੱਤ ਕੀ ਹੈ, ਇਹਦੇ ਤੱਤ ਵਿੱਚ ਕੀ ਹੈ ਜੋ ਇਸ ਤੋਂ ਹਾਸਿਲ ਕਰਕੇ ਇਸ ਜੀਵਨ ਦੇ ਪਾਰ ਦੀ ਕਹਾਣੀ ਔਰ ਕਥਾ ਦੀ ਬਿਆਨ ਹੁੰਦੀ ਹੈ। ਕੀ ਹੈ ਇਸ ਜੀਵਨ ਵਿੱਚ ਜਿਹੜਾ ਅਸੀਂ ਕਮਾ ਸਕਦੇ ਹਾਂ, ਜਿਹੜਾ ਸਾਨੂੰ ਜੀਵਨ ਦੇ ਪਾਰ ਲੈ ਜਾਂਦਾ ਹੈ, ਫਿਰ ਜੀਵਨ ਦੀ ਉਲਝਣਾਂ ਤੋਂ ਪਾਰ ਲੈ ਜਾਂਦਾ ਹੈ, ਦੁੱਖਾਂ ਤੋਂ ਪਾਰ ਲੈ ਜਾਂਦਾ ਹੈ, ਦਰਦ ਔਰ ਦੁੱਖ ਖਤਮ ਹੋ ਜਾਂਦਾ ਹੈ। ਉਸ ਮਿਲਣ ਦੀ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਔਰ ਇਸ ਬਾਣੀ ਦੀ ਵਿਚਾਰ ਔਰ ਇਹਦਾ ਤਪ, ਇਹਦਾ ਅਭਿਆਸ ਮਨ ਵਿੱਚ ਪ੍ਰਗਟ ਹੋਏਗਾ। ਮਿਲਣ ਕਿੱਥੇ ਹੋਏਗਾ? ਮਨ ਵਿੱਚ ਹੋਏਗਾ। ਔਰ ਮਨ ਦੇ ਵਿੱਚ ਹੋਣ ਵਾਸਤੇ ਇਸ ਮਨ ਦੀ ਕੀ ਤਿਆਰੀ ਚਾਹੀਦੀ ਹੈ? ਮਨ ਦੀ ਅਵਸਥਾ ਤੋਂ ਪਤਾ ਲੱਗੇਗਾ ਕਿ ਇਸ ਜੀਵਨ ਵਿੱਚ ਸਫਲ ਹੋਏ ਹਾਂ ਕਿ ਨਹੀਂ ਹੋਏ ਹਾਂ। ਇਹ ਮਨ ਕਿੱਥੇ ਨੂੰ ਜਾਂਦਾ ਹੈ, ਕਿੱਥੇ ਭਟਕਦਾ ਹੈ ਔਰ ਕਿੱਥੇ ਸਮਾ ਕੇ ਸ਼ਾਂਤੀ ਪਾ ਲੈਂਦਾ ਹੈ। ਇਹਦਾ ਗਿਆਨ ਹੀ ਸਾਨੂੰ ਸਮਝਾਏਗਾ ਕਿ ਜੀਵਨ ਕੀ ਹੈ, ਮਨ ਕੀ ਹੈ। ਇਹਦੀ ਸਾਰੀ ਜਿੱਤ ਔਰ ਹਾਰ ਮਨ ਦੇ ਵਿੱਚ ਹੀ ਹੈ, ਹੋਰ ਕਿਧਰੇ ਨਹੀਂ ਹੈ। ਜੋ ਕੁਝ ਵੀ ਅੱਖਾਂ ਦੇਖੀ ਜੀਵਨ ਵਿੱਚ ਹੋ ਰਿਹਾ ਹੈ, ਉਹਦੇ ਤੋਂ ਨਹੀਂ ਸਮਝ ਆਏਗਾ ਕਿ ਜੀਵਨ ਜਿੱਤਿਆ ਗਿਆ ਹੈ ਕਿ ਨਹੀਂ। ਜੋ ਕੁਝ ਮਨ ਵਿੱਚ ਵਰਤ ਰਿਹਾ ਹੈ ਉੱਥੋਂ ਗਿਆਨ ਹੋਏਗਾ। ਗੁਰੂ ਨੂੰ ਮਿਲਣਾ ਹੈ, ਕਿਧਰ ਮਿਲਣਾ ਹੋਏਗਾ? ਮਨ ਵਿੱਚ ਹੋਏਗਾ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਣੇ ਹਨ, ਕਿੱਥੇ ਹੋਣੇ ਹਨ? ਮਨ ਵਿੱਚ ਹੋਣੇ ਹਨ। ਤਾਂ ਫਿਰ ਕੀ ਕਾਰਨ ਹੈ ਕਿ ਸਾਨੂੰ ਸਾਰਿਆਂ ਨੂੰ ਉਹ ਦਰਸ਼ਨ ਨਹੀਂ ਹੁੰਦੇ ਔਰ ਕਿਸ ਤਰ੍ਹਾਂ ਉਹਦੇ ਦਰਸ਼ਨ ਹੋਣਗੇ? ਇਹ ਪੌੜੀ ਇਸ ਕੰਡੀਸ਼ਨ ਨੂੰ ਵਿਚਾਰ ਰਹੀ ਹੈ। ਆਓ ਅਸੀਂ ਇਸ ਪੌੜੀ ਨੂੰ 2 ਵਾਰ ਪੜ੍ਹੀਏ, ਬਾਣੀ ਨੂੰ ਮਨ ਵਿੱਚ ਉਤਰਨ ਦਈਏ, ਫਿਰ ਇਹਦੀ ਵਿਚਾਰ ਵਿੱਚ ਉਤਰਦੇ ਹਾਂ ਮਹਾਰਾਜ। ਧੰਨਵਾਦ। ਵਾਹਿਗੁਰੂ ਜੀ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ
ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ। ਪਵਿੱਤ ਸੰਗਤ ਸਬਾਈਆਂ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਵਾਹਿਗੁਰੂ ਜੀ। ਵਾਹਿਗੁਰੂ ਜੀ, ਧੰਨਵਾਦ ਵੀਰ। ਇਸ ਪੌੜੀ ਦੀ ਹਰ ਪੰਕਤੀ ਵਿੱਚ ਇੱਕ ਸ਼ਬਦ ਬਾਰ ਰਿਪੀਟ ਹੋਇਆ ਹੈ। ਇਹ ਤਾਂ ਸਾਫ਼ ਦਿਖ ਰਿਹਾ ਹੈ ਕਿ ਇਸ ਪੌੜੀ ਦਾ ਨਿਸ਼ਾਨਾ ਕੀ ਹੈ। ਪਵਿੱਤ ਸ਼ਬਦ ਦਾ ਸਿੱਧਾ ਅਰਥ ਹੁੰਦਾ ਹੈ ਪਵਿੱਤਰਤਾ। ਕਿਤਨਾ ਪਵਿੱਤਰ, ਮਨ ਕਿੰਨਾ ਹੈ ਪਵਿੱਤ। ਯਾਨੀ ਕੀ ਮਤਲਬ ਬਣਿਆ ਪਵਿੱਤਰ। ਜੇ ਅਸਲ ਵਿੱਚ ਸਮਝਣਾ ਚਾਹੀਏ ਇਹਦਾ ਮਤਲਬ ਕੀ ਹੈ। ਮੇਰਾ ਮਨ ਪਵਿੱਤ ਹੈ। ਗੁਰੂ ਕਿਸੇ ਇੱਕ ਮਨ ਦੀ ਅਵਸਥਾ ਦੀ ਗੱਲ ਚਲਾ ਰਹੇ ਹਨ। ਜੀਵਨ ਵਿੱਚ ਕੀ ਪਵਿੱਤਰ ਹੈ ਔਰ ਕੀ ਨਹੀਂ ਹੈ, ਇਹਦੀ ਕਸੌਟੀ ਕੀ ਹੈ। ਸਿੱਧ ਗੋਸ਼ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਬੜੀ ਰਹਾਉ ਦੀ ਤੁਕ ਵਿੱਚ ਬੜੀ ਸੁੱਚੀ ਗੱਲ ਕੀਤੀ ਹੈ। ਕਿਆ ਭਵੀਏ ਸੱਚ ਸੁੱਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਕਿਉਂ ਭਰਮਣ ਕਰਦਾ ਹੈ। ਸੱਚੇ ਨੂੰ ਜਾਣਨ ਵਾਸਤੇ ਸੁੱਚਾ ਹੋਣਾ ਪੈਂਦਾ ਹੈ। ਕਿਆ ਭਵੀਏ ਸੱਚ ਸੁੱਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਔਰ ਇਸ ਸੁੱਚੀ ਅਵਸਥਾ ਨੂੰ ਪ੍ਰਾਪਤ ਕਰਨ ਦੀ ਵਿਧੀ ਕੀ ਹੈ, ਹਜੂਰ ਉਹ ਵੀ ਦੱਸ ਰਹੇ ਹਨ। ਅਸੀਂ ਸਭ ਜੀਵਨ ਨੂੰ ਇੱਕ ਤਰ੍ਹਾਂ ਨਾਲ ਦੇਖਦੇ ਹਾਂ, ਸਮਝਦੇ ਹਾਂ। ਕਈ ਵਾਰ ਇੱਕ ਵਿਚਾਰ ਚੱਲਦੀ ਹੈ ਮਨ ਵਿੱਚ ਕਿ ਮੈਂ ਆਪਣੇ ਅਵਗੁਣ ਮਿਟਾ ਦਿਆਂ। ਇੱਕ ਤਾਂ ਅਵਗੁਣ ਦੁਨਿਆਵੀ ਨੇ, ਦੁਨਿਆਵੀ ਦੀ ਪੱਖ ਚੋਂ ਨੇ। ਕਿਸੇ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ, ਕਿਸੇ ਨੂੰ ਈਰਖਾ ਆਉਂਦੀ ਹੈ, ਕਿਸੇ ਨੂੰ ਡਰ ਲੱਗਦਾ ਹੈ। ਇਹ ਸਭ ਕੰਡੀਸ਼ਨਡ ਮਾਈਂਡ ਦੇ ਰੋਗ ਹਨ। ਇਹਨਾਂ ਦਾ ਸੋਰਸ ਵੀ ਮਨ ਦੇ ਅੰਦਰ ਹੀ ਹੈ। ਮਨ ਦੇ ਕਿੰਨਾ ਕਾਰਨਾਂ ਕਰਕੇ ਮਨ ਇਹਨਾਂ ਰੋਗਾਂ ਨਾਲ ਗ੍ਰਸਤ ਹੁੰਦਾ ਹੈ। ਔਰ ਸਾਈਕੋਲੋਜੀ, ਮਾਡਰਨ ਸਾਈਕੋਲੋਜੀ ਇਹਨੂੰ ਟਟੋਲਦੀ ਹੈ। ਸਾਨੂੰ ਮਨ ਦੇ ਤਹਿ ਵਿੱਚ ਉਤਾਰਨ ਦੀ ਕੋਸ਼ਿਸ਼ ਕਰਦੀ ਹੈ, ਉਹ ਸੋਰਸ ਲੱਭਣ ਲਈ ਜਿਹਦੇ ਕਾਰਨ ਕਰਕੇ ਸਾਡਾ ਮਨ ਪਰੇਸ਼ਾਨ ਹੈ, ਦੁਖੀ ਹੈ, ਉਦਾਸ ਹੈ, ਡਰਿਆ ਹੈ, ਜਾਂ ਜੋ ਵੀ ਹੋਰ ਕਾਰਨ ਹੋਣ। ਯਾਨੀ ਮਨ ਦੇ ਵਿੱਚ ਹੀ ਸਭ ਕੁਝ ਵਰਤ ਰਿਹਾ ਹੈ। ਜੀਵਨ ਮਨ ਵਿੱਚ ਹੀ ਵਰਤਦਾ ਹੈ। ਜੀਵਨ ਨੂੰ ਮਨ ਵਿੱਚ ਹੀ ਜੀਆ ਜਾਂਦਾ ਹੈ। ਮਨ ਦੇ ਵਿਚਾਰਾਂ ਵਿੱਚ ਅਸੀਂ ਆਦਿਨ ਗ੍ਰਸਤ ਹੋਏ ਲਿਪਟੇ ਹਾਂ, ਵਿਚਾਰਾਂ ਦੇ ਅੰਦਰ ਹੀ। ਪਰ ਉਹ ਅਵਸਥਾ ਜਿਹਦੇ ਵਿੱਚ ਸੱਚੇ ਨੂੰ ਜਾਣਿਆ ਜਾ ਸਕੇ, ਉਸ ਨੂੰ ਮਹਾਰਾਜ ਨੇ ਕਿਹਾ ਹੈ ਕਿ ਸੁੱਚਾ ਹੋਣਾ ਜ਼ਰੂਰੀ ਹੈ। ਤਾਂ ਇਹ ਸੁੱਚੇ ਤੋਂ ਕੀ ਭਾਵ ਹੈ ਮਹਾਰਾਜ? ਸਾਡਾ ਮਨ ਜਿਸ ਨੂੰ ਧਿਆਉਂਦਾ ਹੈ ਉਸ ਵਰਗਾ ਹੋ ਜਾਂਦਾ ਹੈ। ਜਿਸ ਦਾ ਧਿਆਨ ਕਰੇਗਾ ਮਨ, ਉਹਦਾ ਰੂਪ ਹੋ ਜਾਏਗਾ। ਉਸ ਦੇ ਵੱਲ ਜੀਵਨ ਤੁਰਨਾ ਸ਼ੁਰੂ ਹੋ ਜਾਏਗਾ। ਅਸੀਂ ਕਿਸੇ ਨੂੰ ਪ੍ਰੇਮ ਨਾਲ ਯਾਦ ਕਰਦੇ ਹਾਂ, ਮਨ ਪ੍ਰੇਮ ਨਾਲ ਭਰ ਜਾਏਗਾ। ਕਿਸੇ ਨੂੰ ਗੁੱਸੇ ਨਾਲ ਯਾਦ ਕਰਦੇ ਹਾਂ, ਮਨ ਗੁੱਸੇ ਨਾਲ ਭਰ ਜਾਏਗਾ। ਇਹ ਟ੍ਰਿਗਰਸ ਤਾਂ ਬਾਹਰ ਹਨ, ਪਰ ਵਰਤ ਸਭ ਕੁਝ ਮਨ ਵਿੱਚ ਰਿਹਾ ਹੈ। ਜਿਸ ਤਰ੍ਹਾਂ ਦਾ ਅਸੀਂ ਭਾਵਨਾ ਰੱਖਦੇ ਹਾਂ, ਉਸ ਤਰ੍ਹਾਂ ਦੇ ਅਸੀਂ ਹੋ ਜਾਂਦੇ ਹਾਂ। ਜਿਸ ਦਾ ਅਸੀਂ ਧਿਆਨ ਕਰਦੇ ਹਾਂ, ਉਹਦੇ ਵਰਗੇ ਅਸੀਂ ਹੋ ਜਾਂਦੇ ਹਾਂ। ਮਹਾਰਾਜ ਕਹਿੰਦੇ ਹਨ, ਜੈਸਾ ਭਾਵੇ ਤੈਸਾ ਕੋਈ ਹੋਏ। ਜਿਸ ਤਰ੍ਹਾਂ ਦਾ ਮੈਂ ਭਾਵਨਾ ਰੱਖ ਕੇ ਜੀਵਨ ਵਿੱਚ ਚੱਲਦਾ ਹਾਂ, ਉਸ ਤਰ੍ਹਾਂ ਹੋ ਜਾਂਦਾ ਹਾਂ।
ਇਹ ਮਨ ਜੈਸਾ ਸੇਵੇ ਤੈਸਾ ਹੋਵੇ, ਤੇ ਕਰਮ ਕਮਾਏ। ਜਿਸ ਨੂੰ ਮੈਂ ਸੇਵਦਾ ਹਾਂ, ਯਾਨੀ ਜਿਹਦਾ ਮੈਂ ਧਿਆਨ ਕਰਦਾ ਹਾਂ, ਜਿਹਨੂੰ ਆਪਣੇ ਜੀਵਨ ਦਾ ਫੋਕਸ ਬਣਾਉਂਦਾ ਹਾਂ, ਉਹਦੇ ਵਰਗਾ ਮੈਂ ਹੋ ਜਾਂਦਾ ਹਾਂ। ਫਿਰ ਉਸੇ ਤਰ੍ਹਾਂ ਜੀਵਨ ਕਰਮ ਦੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ। ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਛੂ ਨਾ ਜਾਏ। ਇਹ ਮੇਰੇ ਬੀਜ ਹਨ। ਮੈਂ ਗੁਰੂ ਦਾ ਧਿਆਨ ਕਰਕੇ ਜੀਵਨ ਜੀ ਰਿਹਾ ਹਾਂ, ਤਾਂ ਫਿਰ ਕੀ ਹੁੰਦਾ ਹੈ ਮਹਾਰਾਜ? ਸੇ ਮੁਕਤ ਭਏ ਜਿਨ ਹਰ ਧਿਆਇਆ, ਜੀ ਤਿਨ ਟੁੱਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ, ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਤਨ ਜਿਨ ਹਰ ਧਿਆਇਆ, ਜੀ ਜਨ ਨਾਨਕ ਤਿਨ ਬਲ ਜਾਸੀ। ਜਦ ਮੈਂ ਮੁਕਤ ਨਿਰੰਕਾਰ ਦੇ ਧਿਆਨ ਵਿੱਚ, ਸ਼ਬਦ ਵਿੱਚ ਉਤਰਾਂਗਾ, ਤਾਂ ਮੈਂ ਆਜ਼ਾਦ ਹੋ ਜਾਵਾਂਗਾ। ਜੇ ਮੈਂ ਨਿਰਭਉ ਨੂੰ ਧਿਆਵਾਂਗਾ, ਤਾਂ ਮੇਰਾ ਭਾਵ ਖਤਮ ਹੋ ਜਾਏਗਾ। ਜੇ ਮੈਂ ਗੁਰੂ ਔਰ ਨਿਰੰਕਾਰ ਨੂੰ ਸੇਵਾਂਗਾ, ਤਾਂ ਉਹਦੇ ਵਿੱਚ ਸਮਾ ਜਾਵਾਂਗਾ, ਠਹਿਰਾਵ ਆ ਜਾਏਗਾ। ਕਿਉਂਕਿ ਜਿਸ ਨੂੰ ਮੈਂ ਧਿਆ ਰਿਹਾ ਹਾਂ, ਉਹ ਸਮਾਇਆ ਹੋਇਆ ਹੈ, ਆਪਣੀ ਹੀ ਕੁਦਰਤ ਵਿੱਚ ਆਪ ਸਮਾਇਆ ਹੈ, ਉਸ ਦਾ ਰੂਪ ਹੋ ਜਾਵਾਂਗਾ। ਇਹ ਕਥਾ ਧਿਆਨ ਦੀ ਹੈ ਹਜੂਰ। ਜੀਵਨ ਧਿਆਨ ਤੋਂ ਬਣਦਾ ਹੈ। ਮੈਂ ਜਿਸ ਚੀਜ਼ ਦਾ ਅੱਜ ਤੱਕ ਧਿਆਨ ਕੀਤਾ, ਮੈਂ ਉਸੇ ਵਰਗਾ ਹੋ ਗਿਆ। ਗੁਰੂ ਕਹਿੰਦਾ ਹੈ, ਸੱਚੇ ਨੂੰ ਜਾਣ ਲਈ ਸੁੱਚਾ ਹੋਣਾ ਜ਼ਰੂਰੀ ਹੈ। ਸੁੱਚੇ ਤੋਂ ਕੀ ਭਾਵ ਹੈ ਹਜੂਰ? ਜੋ ਕੁਝ ਨਿਰੰਕਾਰ ਨੇ ਬਣਾਇਆ ਹੈ, ਉਹ ਪਰਫੈਕਸ਼ਨ ਹੈ। ਇੱਕ ਪੱਤਾ ਅਸੀਂ ਆਪ ਨਹੀਂ ਬਣਾ ਪਾਵਾਂਗੇ, ਸਾਰੀ ਸ੍ਰਿਸ਼ਟੀ ਜ਼ੋਰ ਲਗਾ ਲਏ, ਇੱਕ ਪੇੜ ਦੇ ਪੱਤੇ ਨੂੰ ਰੀਕ੍ਰੀਏਟ ਨਹੀਂ ਕਰ ਪਾਵਾਂਗੇ। ਇਸੇ ਤਰ੍ਹਾਂ ਮੇਰੇ ਮਨ ਦੇ ਵਿੱਚ ਇੱਕ ਦਰਸ਼ਨ ਹਨ, ਜਿਹੜੇ ਨਿਰੰਕਾਰ ਦੇ ਰੂਪ ਵਿੱਚ ਹਨ। ਮੇਰਾ ਉਹਦੇ 'ਚ ਕੁਝ ਨਹੀਂ ਲੈਣਾ ਦੇਣਾ। ਮੇਰੇ ਸਭ ਕੁਝ ਕਰਨ ਤੇ ਵੀ ਉਹ ਅਡੋਲ ਮੇਰੇ ਮਨ ਦੇ ਮੂਲ ਵਿੱਚ ਬੈਠਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੈਂ ਬਹੁਤ ਕੁਝ ਕਰ ਰਿਹਾ, ਬਹੁਤ ਵਿਚਾਰ ਰੱਖਦਾ ਹਾਂ, ਅਨੇਕਾਂ ਹੀ ਜਨਮ ਭ੍ਰਮਣ ਕਰੀ ਜਾ ਰਿਹਾ ਹਾਂ, ਬਹੁਤ ਕੁਝ ਕਰਨ ਦਾ ਯਤਨ ਕਰ ਰਿਹਾ ਹਾਂ, ਪਰ ਜੋ ਮੂਲ ਹੈ ਉਹ ਅਡੋਲ, ਅਨਚੇਂਜਿੰਗ, ਸਥਿਰ ਮੇਰੇ ਮਨ ਦੇ ਰੂਟ ਵਿੱਚ ਬੈਠਾ ਹੈ। ਉਹ ਸੁੱਚਾ ਹੈ, ਉਹ ਪਰਫੈਕਸ਼ਨ ਹੈ। ਉਸ ਨੂੰ ਜਾਣਨ ਵਾਸਤੇ ਮੈਂ ਜੋ ਕੁਝ ਕੀਤਾ ਹੈ, ਮੈਂ ਉਹਨੂੰ ਲੈਟ ਗੋ ਕਰਨਾ ਹੈ। ਕਿਉਂਕਿ ਮੈਂ ਆਪ ਕੁਝ ਬਣਾ ਕੇ ਨਿਰੰਕਾਰ ਦੇ ਘਰ ਵਿੱਚ ਨਹੀਂ ਜਾ ਪਾਵਾਂਗਾ, ਮੈਂ ਨਹੀਂ ਜਾ ਪਾਵਾਂਗਾ। ਮੈਂ ਤਾਂ ਸਿਰਫ ਜੀਵਨ ਜੀਣ ਲਈ ਇੱਕ ਡਿਵਾਈਸ ਹੈ, ਉਹਦਾ ਕੋਈ ਅਲਟੀਮੇਟ ਰਿਐਲਿਟੀ ਹੈ ਨਹੀਂ। ਜਦ ਤੱਕ ਉਹ ਆਪਣੇ ਸੋਰਸ ਨਾਲ ਨਾ ਜੁੜੇ, ਆਪਣੇ ਸੂਤਰ ਨਾਲ ਨਾ ਜੁੜੇ, ਆਪਣੇ ਸਰੋਤ ਨਾਲ ਨਾ ਜੁੜੇ, ਸੋਰਸ ਨਾਲ ਜੁੜ ਕੇ ਉਹ ਸ਼ੁੱਧ ਹੋ ਜਾਂਦਾ ਹੈ। ਫਿਰ ਗੁਰੂ ਅਮਰਦਾਸ ਮਹਾਰਾਜ ਇੱਕ ਮਨ ਦੀ ਐਸੀ ਅਵਸਥਾ ਦੀ ਗੱਲ ਸਾਡੇ ਸਾਹਮਣੇ ਪ੍ਰਗਟ ਕਰ ਰਹੇ ਹਨ, ਜਿਹੜੀ ਸੱਚ ਦੇ ਰੂਪ ਵਿੱਚ ਹੈ ਔਰ ਸਤ ਹੈ, ਨਿਰੰਕਾਰ ਦਾ ਰੂਪ ਹੈ। ਗੁਰੂ ਸਾਹਿਬ ਨੇ ਕਿਹਾ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਅਸੀਂ ਇਹ ਭਾਵਨਾ ਰੱਖਦੇ ਹਾਂ ਕਿ ਮੈਂ ਆਪਣੇ ਆਪ ਨੂੰ ਨਿਰੰਕਾਰ ਦੇ ਮਿਲਣ ਲਈ ਤਿਆਰ ਕਰ ਲਵਾਂਗਾ, ਮੇਰੇ ਕਰਨ ਨਾਲ ਨਹੀਂ ਹੋਏਗਾ। ਮਹਾਰਾਜ ਕਹਿੰਦੇ ਹਨ, ਉਹ ਇਹ ਕਹਿ ਰਹੇ ਹਨ ਕਿ ਜਿਸ ਨੂੰ ਮਿਲਣਾ ਹੈ ਉਹਦਾ ਧਿਆਨ ਕਰ, ਉਹਦਾ ਰੂਪ ਹੋ ਜਾ। ਯਾਨੀ ਕਿ ਜੋ ਮੇਰਾ ਬਣਾਇਆ, ਮੇਰੇ ਹਉਮੈ ਦਾ ਬਣਾਇਆ, ਮੇਰੇ ਨਾਲ ਜੁੜਿਆ ਹੈ, ਉਹ ਸਭ ਤਿਆਗਣ ਦੀ ਐਬਿਲਿਟੀ ਰੱਖ। ਇਹਨੂੰ ਤੁਰੀ ਅਵਸਥਾ ਵੀ ਕਿਹਾ ਹਜੂਰ ਨੇ, ਜਿਹਦੇ ਵਿੱਚ ਕੋਈ ਫਾਰਮ ਨਹੀਂ ਹੈ, ਤਿੰਨਾਂ ਗੁਣਾਂ ਤੋਂ ਪਰੇ, ਤ੍ਰੈਗੁਣ ਤੇ ਅਤੀਤ। ਦਰਅਸਲ ਸਾਰੇ ਗੁਣ ਉਸ ਤੋਂ ਆਉਂਦੇ ਹਨ, ਪਰ ਉਹ ਗੁਣਾਂ ਦੇ ਨਾਲ ਡਿਫਾਈਨ ਨਹੀਂ ਹੁੰਦਾ ਹੈ।
सब चेंजिंग द अनचेंजिंग सोर्स निरंकार आप है। पर किसी एक अनचेंजिंग ਨੂੰ ਅਸੀਂ ਨਹੀਂ ਕਹਿ ਸਕਦੇ ਕਿ ਉਹ ਪੂਰਨ ਰੂਪ ਵਿੱਚ ਇਹ ਹੈ। ਨਿਰੰਕਾਰ ਇੱਕ ਅਵਸਥਾ ਹੈ ਮਨ ਦੀ ਜਿਹੜੀ ਮੇਰੇ ਨਾਲ ਹਾਜ਼ਰ ਹੈ। ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹ ਸੰਗ ਸਮਾਈ। ਮੇਰੇ ਨਾਲ ਹੈ, ਬਸ ਮੇਰੇ ਮਨ ਦੀ ਪਰਦੇ ਦੀ ਗੇਰਨ ਦੀ ਦੂਰੀ ਹੈ। ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਇਹਦੇ ਇਸ਼ਾਰੇ ਗੁਰੂ ਨੇ ਬੜੀ ਤਰ੍ਹਾਂ ਸਮਝਾਏ ਹਨ। ਅੱਜ ਇਸ ਪਵਿੱਤਰਤਾ ਦੀ ਗੱਲ ਕਰਦੇ ਹਨ ਜਿਸ ਅਵਸਥਾ ਨਾਲ ਇਹ ਦਰਵਾਜ਼ਾ ਖੁੱਲ੍ਹ ਸਕਦਾ ਹੈ। ਔਰ ਉਹ ਕਿਸ ਤਰ੍ਹਾਂ ਬਣਦੇ ਹਾਂ? ਜਦ ਮੈਂ ਅਗਰ ਕਹਾਂ ਕਿ ਮੈਂ ਆਪਣੇ ਅਵਗੁਣ ਮਿਟਾ ਦਿਆਂਗਾ ਔਰ ਆਪਣੇ ਆਪ ਨੂੰ ਤਿਆਰ ਕਰ ਦਿਆਂਗਾ, ਤਾਂ ਫਿਰ ਉਹਦਾ ਇਹ ਭਾਵ ਹੋਇਆ ਕਿ ਮੇਰੇ ਕਰਨ ਨਾਲ ਨਿਰੰਕਾਰ ਮਿਲਦਾ ਹੈ। ਨਿਰੰਕਾਰ ਮੇਰੇ ਬਿੱਤ ਦੇ ਅੰਦਰ ਹੈ, ਹਉਮੈ ਦੇ ਅਧੀਨ ਹੈ। ਮੇਰੇ ਕਰਨ ਨਾਲ ਕੁਝ ਵੀ ਨਹੀਂ ਹੁੰਦਾ ਹੈ, ਸਿਰਫ ਉਹੀ ਹੁੰਦਾ ਹੈ ਜੋ ਟਾਈਮ ਔਰ ਸਮੇਂ ਔਰ ਕੌਜ਼ ਦੇ ਅੰਦਰ ਹੈ। ਟਾਈਮ ਸਪੇਸ ਐਂਡ ਕੌਜ਼, ਸਮੇਂ ਸਥਾਨ ਔਰ ਕਾਰਨ, ਜੋ ਸਦਾ ਹੀ ਬਦਲਦੇ ਹਨ, ਇਨਸਟੈਂਟ ਕੌਨਸਟੈਂਟ ਚੇਂਜ ਵਿੱਚ ਹਨ। ਉਹਦੇ ਅੰਦਰ ਸਭ ਮੇਰੇ ਹਉਮੈ ਦੀ ਖੇਡ ਚੱਲ ਸਕਦੀ ਹੈ। ਉਹਦੇ ਬਿਯੋਂਡ ਹਉਮੈ ਦੀ ਕੋਈ ਰੀਚ ਨਹੀਂ ਹੈ। ਔਰ ਜਿਤਨੇ ਦਿਨ ਸਾਡੇ ਕੋਲ ਇਹ ਸੈਂਸਿਸ ਹਨ, ਬੋਡੀਲੀ ਸੈਂਸਿਸ ਹਨ, ਉਤਨੇ ਦਿਨ ਮੇਰਾ ਮਨ ਇਸ ਹਉਮੈ ਦੇ ਨਾਲ ਇਸ ਦੁਨੀਆ ਦੇ ਖੇਲ ਨੂੰ ਖੇਲ ਸਕਦਾ ਹੈ। ਕਰਮਾਂ ਅਨੁਸਾਰ ਸਰੀਰ ਜਦੋਂ ਜਾਏਗਾ ਇਹ ਖੇਲ ਖਤਮ ਹੋ ਜਾਏਗਾ। ਜੋ ਬੀਜ ਮੇਰੇ ਮਨ ਵਿੱਚ ਕਰਮ ਦੇ ਆ ਗਏ ਉਹ ਮੇਰਾ ਫਿਊਚਰ ਡਿਕਟੇਟ ਕਰੇਗਾ। ਗੁਰੂ ਕਹਿੰਦਾ ਇੱਕ ਮਿੰਟ ਠਹਿਰਨਾ, ਇੱਥੇ ਸਮਾਨ ਦੀ ਅਵਸਥਾ ਵੀ ਹੈ। ਕਿਆ ਭਵੀਏ ਸੱਚ ਸੂਚਾ ਹੋਏ, ਕਿਉਂ ਭ੍ਰਮਣ ਦੇ ਵਿੱਚ ਚੱਲੇ ਜਾ ਰਿਹਾ ਹੈ। ਸੱਚ ਨੂੰ ਜਾਣ ਸੁੱਚਾ ਬਣ ਕੇ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਇਸ ਸੱਚੇ ਦੇ ਸ਼ਬਦ ਦੇ ਧਿਆਨ ਵਿੱਚ ਬੈਠਣਾ ਹੈ ਮਹਾਰਾਜ। ਇੱਕ ਵਿਚਾਰ ਉੱਠਦੀ ਹੈ ਮਨ ਵਿੱਚ, ਅਸੀਂ ਉਸ ਲਾਈਫ ਸਟਾਈਲ ਦੇ ਵਿੱਚ ਹੁਣ ਉਤਰ ਆਏ ਹਾਂ ਜਿੱਥੇ ਇਹਨਾਂ ਦੀ ਇਸ ਵੈਲਿਊ ਸਿਸਟਮ ਦੀ ਉਹ ਅਵਸਥਾ ਪ੍ਰਗਟ ਨਹੀਂ ਹੈ ਜੋ ਹੋਣੀ ਚਾਹੀਦੀ ਹੈ। ਗੁਰੂ ਦੇ ਧਿਆਨ ਦਾ ਸਥਾਨ, ਘਰ ਵਿੱਚ ਨੀਅਤ ਹੋਣਾ, ਘਰ ਵਿੱਚ ਪ੍ਰਕਾਸ਼ ਹੋਣਾ, ਇਹ ਵੈਲਿਊ ਸਿਸਟਮ ਡਿਕਟੇਟ ਕਰਦਾ ਹੈ। ਪਰ ਉੱਥੇ ਅਸੀਂ ਜਾਂਦੇ ਕਿੰਨੀ ਵਾਰੀ ਹਾਂ? ਇਸ ਸ਼ਬਦ ਦੇ ਵਿੱਚ ਅਸੀਂ ਬੈਠਦੇ ਕਿੰਨੀ ਦੇਰ ਹਾਂ? ਅਸੀਂ ਕਿਸ ਨੂੰ ਤਿਆਰੇ ਹਾਂ? ਪ੍ਰਸ਼ਨ ਇਹ ਹੈ। ਗੁਰੂ ਨੇ ਤਾਂ ਕਹਿ ਦਿੱਤਾ ਕਿ ਪਵਿੱਤਰ ਹੋਣ ਲਈ ਨਿਰੰਕਾਰ ਨੂੰ ਧਿਆਣਾ ਹੈ, ਉਹਦੇ ਧਿਆਨ ਵਿੱਚ ਉਤਰਨਾ ਹੈ, ਯਾਨੀ ਸ਼ਬਦ ਦੇ ਧਿਆਨ ਵਿੱਚ ਉਤਰਨਾ ਹੈ। ਅਸੀਂ ਕਿਤਨੀ ਦੇਰ ਸ਼ਬਦ ਦਾ ਧਿਆਨ ਕਰਦੇ ਹਾਂ? ਪਾਠ ਕਰਦੇ ਹਾਂ ਪਰ ਧਿਆਨ ਨਹੀਂ ਹੁੰਦਾ ਹੈ। ਪਾਠ ਕਰਨਾ ਧਿਆਨ ਨਾਲ ਔਰ ਪਾਠ ਕਰਨਾ 10 ਮਿੰਟ ਦਾ ਜਪਜੀ ਸਾਹਿਬ ਕਰਨਾ, ਇਹ ਦੋਨੋਂ ਚੀਜ਼ਾਂ ਫਰਕ ਹਨ। ਜਿਸ ਨੇ ਹਉਮੈ ਨੂੰ ਤਿਆਗ ਕੇ ਇੱਕ ਘੜੀ ਵੀ ਸ਼ਬਦ ਨਾਲ ਮਿਲਣ ਕਰ ਲਿਆ, ਉੱਥੇ ਤਾਂ ਫਿਰ ਕਲਾ ਵਰਤ ਗਈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਉੱਥੇ ਤੇ ਕਲਾ ਵਰਤ ਗਈ ਮਹਾਰਾਜ। ਮੈਂ ਰੋਜ਼ ਪਾਠ ਕਰਦਾ ਹਾਂ, ਇਹ ਕਲਾ ਨਹੀਂ ਵਰਤਦੀ ਹੈ ਕਿਉਂਕਿ ਮੇਰੇ ਕੋਲ ਧਿਆਨ ਨਹੀਂ ਹੈ। ਮੈਂ ਆਪਣੇ ਮਨ ਨੂੰ ਕਈ ਐਸੀ ਸਿਚੁਏਸ਼ਨਸ ਨਾਲ ਉਲਝਾਇਆ ਹੈ ਜਿਹੜੀ ਸਿਰਫ ਸਸਟੇਨਿੰਗ ਐਨਰਜੀਜ਼ ਹਨ, ਮੇਰੇ ਜੀਵਨ ਨੂੰ ਸਸਟੇਨ ਕਰਨਗੀਆਂ, ਉਸ ਤੋਂ ਬਿਯੋਂਡ ਕੁਝ ਨਹੀਂ ਹੈ। ਕਾਰੋਬਾਰ ਹੈ, ਪਰਿਵਾਰ ਹੈ, ਦੇਖ ਰੇਖ ਹੈ, ਸਮਾਨ ਚੀਜ਼ਾਂ ਜੋ ਅਸੀਂ ਬਟੋਰੀਆਂ, ਉਹਨਾਂ ਦੀ ਦੇਖ ਰੇਖ ਵਿੱਚ ਹੀ ਜੀਵਨ ਨਿਕਲ ਗਿਆ। ਉਹਦੇ ਵਿੱਚ ਕੀ ਹੋਇਆ? ਮਹਾਰਾਜ ਕਹਿੰਦੇ ਨੇ ਜੋ ਛੱਡਣਾ ਸੋ ਅਸਥਿਰ ਕਰ ਜਾਣਾ। ਜਿਸ ਨੂੰ ਛੱਡਣਾ ਹੈ ਉਸ ਨੂੰ ਸਦਾ ਲਈ ਜਾਣ ਕੇ ਸਾਰੀ ਸ਼ਕਤੀ ਉਹਦੇ 'ਚ ਲਗਾ ਰਿਹਾ ਹੈ। ਕਰ ਕੀ ਰਿਹਾ ਹੈ? ਇਹਨੂੰ ਤਾਂ ਛੱਡਣਾ ਹੈ। ਸਭ એનર્ਜੀ ਸਸਟੇਨਿੰਗ ਡਿਊਟੀਜ਼ ਵਿੱਚ ਹੀ ਨਿਕਲਦੀ ਜਾ ਰਹੀ ਹੈ। ਕਿਤਨਾ ਸਮਾਂ ਅਸੀਂ ਸ਼ਬਦ ਦੇ ਧਿਆਨ 'ਚ ਉਤਰਦੇ ਹਾਂ? ਸਿਰਫ ਅੱਜ ਦਾ ਦਿਨ ਕੱਢਣ ਲਈ ਮੈਂ ਆਪਣੇ ਕਾਰੋਬਾਰ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਹੋਰ ਚੀਜ਼ਾਂ ਨੂੰ ਸੰਭਾਲਦਾ ਜਾ ਰਿਹਾ ਹਾਂ। ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਹੈ।
ਔਰ ਉਹ ਸੰਭਾਲਣਾ ਸਿਰਫ ਜੀਵਨ ਔਰ ਸਮੇਂ ਦੇ ਅੰਦਰ ਹੈ, ਉਸਦੇ ਪਾਰ ਕੀ ਹੈ। ਇਹ ਇੱਕ ਰਿਐਲਿਟੀ ਜਿਸ ਦਿਨ ਮੈਨੂੰ ਡਾਊਨ ਕਰੇਗੀ, ਮੇਰਾ ਵੈਲਿਊ ਸਿਸਟਮ ਚੇਂਜ ਹੋ ਜਾਏਗਾ। ਮੈਂ ਸ਼ਬਦ ਦੇ ਧਿਆਨ ਦਾ ਘਰ ਵਿੱਚ ਸਥਾਨ ਬਣਾਵਾਂਗਾ, ਉੱਥੇ ਜਾਵਾਂਗਾ, ਉਸ ਨੂੰ ਆਪਣੀ ਉੱਤਮ ਸਤਿਕਾਰ ਦਿਆਂਗਾ। ਅਸੀਂ ਸਤਿਕਾਰ ਟੀਵੀ ਨੂੰ ਦੇ ਰਹੇ ਹਾਂ, ਸਾਰਾ ਦਿਨ ਨੈਟਫਲਿਕਸ ਦੇ ਪਿੱਛੇ ਹੀ ਪਏ ਰਹਿੰਦੇ ਹਾਂ, ਇਹਦੇ 'ਚ ਹੀ ਸਮਾਂ ਨਿਕਲ ਗਿਆ। ਮੈਨੂੰ ਇਹ ਜਾਣਕਾਰੀ ਨਹੀਂ ਹੋ ਰਹੀ ਹੈ ਕਿ ਜੀਵਨ ਵਿੱਚ ਕੁਝ ਐਸਾ ਹੈ ਜਿਹੜਾ ਮੈਨੂੰ ਸਦਾ ਵਿਕਾਸ ਦਿਖਾ ਦੇਗਾ, ਫਿਰ ਬੋਰ ਨਹੀਂ ਹੋਵਾਂਗਾ ਕਦੇ। ਗੁਰੂ ਨੇ ਕੁਝ ਪੌੜੀਆਂ ਪਹਿਲੇ ਸਮਝਾਇਆ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ। ਮੈਨੂੰ ਲੱਗਦਾ ਹੈ ਬੜੀ ਰਿਵੀਲਿੰਗ ਸਟੇਟਮੈਂਟ ਹੈ। ਸਾਰਾ ਜੀਵਨ ਅੰਮ੍ਰਿਤ ਖੋਜ ਰਹੇ ਹਾਂ ਔਰ ਸਾਨੂੰ ਆਪ ਨਹੀਂ ਗਿਆਨ ਹੈ। ਅਸੀਂ ਜਗ੍ਹਾ ਜਗ੍ਹਾ ਭਟਕ ਰਹੇ ਹਾਂ, ਉਸੇ ਨੂੰ ਖੋਜ ਰਹੇ ਹਾਂ। ਅੰਮ੍ਰਿਤ ਯਾਨੀ ਹੈਪੀਨੈਸ ਫੋਰਐਵਰ। ਨਾ ਤੇ ਮਰਾਂਗੇ, ਨਾ ਦੁੱਖ ਵਿੱਚ ਜਾਵਾਂਗੇ, ਸਦਾ ਲਈ। ਗੁਰੂ ਉਸੇ ਦੀ ਕਥਾ ਦੱਸਦੇ ਹਨ। ਇਹ ਅੰਮ੍ਰਿਤ ਕਿੱਧਰ ਮਿਲੇਗਾ ਮਹਾਰਾਜ? ਜੀਵਨ ਦਾ ਤੱਤ ਜੀਵਨ ਦੇ ਵਿੱਚ ਹੀ ਛਿਪਿਆ ਹੈ। ਇਹਦੀ ਉਲਝਣਾਂ ਦੇ ਵਿੱਚ ਇੱਕ ਪਰਦਾ ਪੈ ਗਿਆ ਮਨ ਵਿੱਚ। ਦਿਖ ਹੀ ਨਹੀਂ ਰਿਹਾ ਉਹ ਜੋ ਸਦਾ ਲਈ ਹੈ। ਸਿਰਫ ਉਹ ਦਿਖਦਾ ਹੈ, ਇਹਨਾਂ ਸੈਂਸਸ ਨਾਲ ਸਿਰਫ ਉਹ ਟੱਚ ਹੁੰਦਾ ਹੈ, ਉਹ ਦੇਖਿਆ ਜਾਂਦਾ ਹੈ, ਉਹ ਸੁਣਿਆ ਜਾਂਦਾ ਹੈ ਜੋ ਸਦਾ ਚੇਂਜ ਹੁੰਦਾ ਹੈ। ਗੁਰੂ ਕਹਿੰਦਾ ਇੱਕ ਇਹੋ ਜਿਹੀ ਚੀਜ਼ ਸੁਣੀ ਜਾ ਸਕਦੀ ਹੈ ਜਿਹੜੀ ਇਹਨਾਂ ਸੈਂਸਸ ਤੋਂ ਪਾਰ ਲੈ ਜਾਏਗੀ। ਸੁਣਨਾ ਸਾਰੇ ਭੇਦ ਖੋਲ ਸਕਦਾ ਹੈ ਮਹਾਰਾਜ। ਪੋ ਨਾ ਸਕੇ ਕਾਲ। ਸੁਣਨ ਨਾਲ ਕਾਲ ਤੋਂ ਪਾਰ ਜਾਇਆ ਜਾ ਸਕਦਾ ਹੈ। ਸੁਣੀਏ ਮੰਨੀਏ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲਨਾਓ। ਇਸ ਸੁਣਨ ਨੂੰ ਹੀ ਮਹਾਰਾਜ ਨੇ, ਇਸ ਸੁਣਨ ਤੋਂ ਹੀ ਪਵਿੱਤਰਤਾ ਬਣੇਗੀ। ਇਹਦੀ ਗੱਲ ਇਸ ਪੌੜੀ 'ਚ ਵਿਚਾਰ ਰਹੇ ਹਨ ਮਹਾਰਾਜ। ਜਿਨ੍ਹਾਂ ਨੇ ਹਰੀ ਨੂੰ ਧਿਆਇਆ, ਸ਼ਬਦ ਦੇ ਵਿੱਚ ਮਨ ਨੂੰ ਲੀਨ ਕਰ ਦਿੱਤਾ, ਸੱਚੇ ਸ਼ਬਦ ਨਾਲ ਮਨ ਇਕਮਿਕ ਕਰ ਦਿੱਤਾ ਮਹਾਰਾਜ। ਹੋਰ ਇਸ ਸਰੀਰ ਤੋਂ ਮਿਲੇਗਾ ਕੀ? ਕੁਝ ਚਿਰ ਦਾ ਰਸ, ਕੁਝ ਭੋਗ, ਉਹ ਤਾਂ ਵੈਸੇ ਵੀ ਹੈ। ਗੁਰੂ ਨਾਲ ਤਾਂ ਵਰਜਿਤ ਨਹੀਂ ਕਰਦਾ ਅਗਰ ਉਹ ਵਿਗਨ ਨਹੀਂ ਬਣਦੇ ਹਨ। ਪਰ ਗੁਰੂ ਕਹਿ ਰਿਹਾ ਹੈ ਕਿ ਇੱਕ ਨਾਮ ਨੂੰ ਜ਼ਰੂਰ ਨਾਲ ਰੱਖ ਕੇ ਚੱਲ, ਅਗਰ ਜੀਵਨ ਨੂੰ ਜਾਣਨਾ ਹੈ ਤਾਂ। ਮਨ ਨੂੰ ਪਵਿੱਤਰ ਕਰਨਾ ਹੈ, ਗੁਰੂ ਕਹਿ ਰਿਹਾ ਹੈ। ਜੋ ਕੁਝ ਮੇਰੀ ਈਗੋ ਨੇ ਬਣਾਇਆ ਹੈ ਉਹਨੂੰ ਸਭ ਨੂੰ ਤਿਆਗਣਾ ਹੈ, ਤਾਂ ਜੋ ਨਿਰੰਕਾਰ ਦਾ ਹੈ ਉਹ ਪ੍ਰਗਾੜ ਰੂਪ ਵਿੱਚ ਸਾਹਮਣੇ ਆ ਜਾਏਗਾ। ਸਦਾ ਆਨੰਦ ਰਹੇ ਦਿਨ ਰਾਤੀ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਉਹਦੇ ਜਨ ਹਨ ਜੋ ਉਹਨੂੰ ਧਿਆਉਂਦੇ ਹਨ, ਫਿਰ ਉਹਦਾ ਰੂਪ ਹੋ ਜਾਂਦੇ ਹਨ। ਨਾ ਤਾਂ ਡਰ ਰਹਿੰਦਾ ਹੈ, ਨਾ ਦੁੱਖ ਰਹਿੰਦਾ ਹੈ। ਇਸ ਜੀਵਨ ਵਿੱਚ ਜੋ ਵੀ ਕੰਡੀਸ਼ਨਸ ਹਨ ਉਸ ਦੀ ਗੱਲ ਨਹੀਂ ਕਰ ਰਿਹਾ ਹੈ ਗੁਰੂ। ਗੁਰੂ ਸਿਰਫ ਮਨ ਨੂੰ ਸੰਭਾਲਣ ਦੀ ਗੱਲ ਕਰਦਾ ਪਿਆ ਹੈ। ਇਹ ਨਹੀਂ ਕਹਿ ਰਿਹਾ ਕਿ ਸਾਨੂੰ ਜੀਵਨ ਵਿੱਚ ਦੁਨੀਆ ਵਾਲੇ ਕੀ ਕਹਿ ਰਹੇ ਹਨ। ਗੁਰੂ ਮਨ ਦੀ ਅਵਸਥਾ ਦੀ ਗੱਲ ਨਾਲ ਡੀਲ ਕਰਦਾ ਹੈ। ਮਨ ਦੀ ਭਾਵਨਾ ਕੀ ਹੈ, ਮਨ ਦੀ ਅਵਸਥਾ ਕੀ ਹੈ, ਮਨ ਕਿਤਨਾ ਦੂਰ ਹੈ ਆਪਣੇ ਹਉਮੈ ਨੂੰ ਤਿਆਗਣ ਵਿੱਚ। ਇਤਨਾ ਹੀ ਦੂਰ ਨਿਰੰਕਾਰ ਹੈ। ਇਸ ਘੜੀ ਵਿੱਚ ਅਗਰ ਤਿਆਗਿਆ ਜਾਏ ਤਾਂ ਹੁਣੇ ਮਿਲ ਜਾਏਗਾ। ਮਹਾਰਾਜ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਮਿਲਣ ਹੋ ਗਿਆ, ਹੁਣ ਕਦੇ ਇਹ ਵਿਛੜਾ, ਅਗਰ ਵਿਛੋੜਾ ਹੋਏਗਾ ਤਾਂ ਕਲਯੁਗ ਹੋ ਗਿਆ। ਗੱਲ ਉਸ ਮਿਲਣ ਦੀ ਹੋ ਰਹੀ ਹੈ ਜਿਸ ਨੇ ਮਨ ਵਿੱਚ ਆਨੰਦ ਪ੍ਰਗਟ ਕਰ ਦਿੱਤਾ ਹੈ। ਜਿੱਥੇ ਇੱਕ ਅਕਥ ਕਥਾ ਖੁੱਲ ਰਹੀ ਹੈ, ਜਿੱਥੇ ਉਸ ਸੀਕ੍ਰੇਟ ਰਿਵੀਲ ਹੋ ਰਹੀ ਹੈ, ਉਹ ਸੀਕ੍ਰੇਟ ਜਿਹੜੀ ਮਨ ਦੇ ਵਿੱਚ ਹੀ ਛਿਪੀ ਹੋਈ ਹੈ।
ਮੇਰੇ ਨਾਲ ਹੀ ਹੈ, ਬਾਹਰ ਨਹੀਂ ਹੈ। ਪਰ ਮਨ ਦਾ ਇੱਕ ਨੇਚਰ ਹੈ, ਬਾਹਰ ਵੱਲ ਹੀ ਦੌੜਦਾ ਹੈ, ਜਿਹੜਾ ਗੁਰੂ ਕਹਿ ਰਿਹਾ ਹੈ ਕਿ ਬਾਹਰ ਨੂੰ ਦੌੜੇਗਾ, ਅੰਦਰ ਨਹੀਂ ਜਾਂਦਾ, ਬਾਹਰ ਹੀ ਦੌੜਦਾ ਹੈ। ਅੰਮ੍ਰਿਤ ਛੋੜ ਬਿਖੇ ਬਿਖ ਖਾਏ। ਮਨ ਦੇ ਵਿੱਚ ਅੰਮ੍ਰਿਤ ਨੂੰ ਛੱਡ ਕੇ ਜੀਵਨ ਦੇ ਬਿਖ ਨੂੰ ਔਰ ਜ਼ਹਿਰ ਨੂੰ ਹੀ ਖਾਂਦਾ ਰਹਿੰਦਾ ਹੈ। ਗੁਰੂ ਸਮਝਾ ਰਿਹਾ ਹੈ, ਇਹ ਮਨ ਦੀ ਗੱਲ ਹੈ। ਮਨ ਨੂੰ ਪਵਿੱਤਰ ਕਰਨਾ ਹੈ, ਹਉਮੈ ਨੂੰ ਤਿਆਗਣਾ ਹੈ। ਕਿਵੇਂ ਤਿਆਗਿਆ ਜਾਏਗਾ? ਜਦੋਂ ਧਿਆਨ ਉਸ ਦਾ ਕਰਾਂਗੇ ਜੋ ਪਰਫੈਕਟ ਹੈ। ਉਹਦਾ ਧਿਆਨ ਕਿਵੇਂ ਹੋਏਗਾ? ਸ਼ਬਦ ਵਿੱਚ ਲੀਨ ਹੋਣਾ ਹੈ। ਮਨ ਸ਼ੁੱਧ ਹੋ ਜਾਏਗਾ। ਫਿਰ ਮਨ ਜਿਸ ਤਰ੍ਹਾਂ ਬਣ ਕੇ ਆਇਆ ਸੀ ਨਿਰੰਕਾਰ ਦੇ ਘਰੋਂ, ਉਸ ਘਰ ਵਿੱਚ ਵਾਪਸ ਚਲਾ ਜਾਏਗਾ। ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਜਿਨ੍ਹਾਂ ਨੇ ਹਰੀ ਨੂੰ ਧਿਆਇਆ ਉਹ ਪਵਿੱਤਰ ਹੋ ਗਏ, ਗੁਰਮੁਖ ਹੋ ਗਏ। ਜਿਨ੍ਹਾਂ ਨੇ ਉਸ ਨੂੰ ਧਿਆਇਆ ਹੈ। ਮੈਂ ਕਹਿੰਦਾ ਹਾਂ, ਮੈਂ ਅਵਗੁਣ ਦਾ ਪਰਾ ਹਾਂ, ਮੈਂ ਆਪਣੇ ਅਵਗੁਣ ਮਿਟਾਣੇ ਹਨ। ਹਾਂ, ਹੋ ਸਕਦਾ ਆਪਣਾ ਗੁੱਸਾ ਥੋੜਾ ਮੈਂ ਠੰਡਾ ਕਰ ਸਕਦਾ ਹਾਂ। ਇਹ ਅਵਗੁਣ ਮੈਂ ਦੇਖਦਾ ਹਾਂ। ਮੇਰੇ ਕੋਲ ਹੁਣ ਸਾਈਕੋਲੋਜੀ ਵਿੱਚ ਕਈ ਟੂਲਸ ਆ ਗਏ ਹਨ, ਜਿਨ੍ਹਾਂ ਨਾਲ ਮੈਂ ਮਨ ਦੀ ਟੈਂਪਰਰੀ ਰੀਵਾਇਰਿੰਗ ਕਰ ਸਕਦਾ ਹਾਂ। ਔਰ ਨਹੀਂ ਹੁੰਦਾ ਤੇ ਫਿਰ ਗੋਲੀਆਂ ਖਾ ਲੈਂਦਾ। ਪਰ ਗੁਰੂ ਇੱਕ ਪਰਮਾਨੈਂਟ ਸੋਲੂਸ਼ਨ ਸਾਡੇ ਸਾਹਮਣੇ ਰੱਖ ਰਿਹਾ ਹੈ ਕਿ ਇਹਦੀ ਰੀਵਾਇਰਿੰਗ ਕਰਨ ਤੋਂ ਬਿਹਤਰ ਜੋ ਕੁਛ ਹੈ ਬਣਿਆ ਹੈ, ਇਸ ਤੇ ਪਾਰ ਦਾ ਨਜ਼ਾਰਾ ਦਿਖ ਜਾਏ। ਇੱਕ ਵਾਰ ਗੁਰੂ ਬਾਹਾਂ ਪਕੜ ਲਏ, ਇੱਕ ਵਾਰ ਸ਼ਬਦ ਦੇ ਨਾਲ ਮਨ ਲੀਨ ਹੋ ਜਾਏ, ਇੱਕ ਵਾਰ ਇਹ ਵੈਲਿਊ ਸਿਸਟਮ ਮੇਰੇ ਘਰ ਚੋਂ ਹੁਣ ਖਤਮ ਹੋ ਗਿਆ। ਇਹ ਹੈ ਅਭਾਗਾ। ਹੁਣ ਮੇਰੇ ਘਰ ਵਿੱਚ ਇਹ ਵਿਚਾਰ ਨਹੀਂ ਚੱਲਦੀ ਕਿ ਸ਼ਬਦ ਕੀ ਕਹਿ ਰਿਹਾ ਹੈ। ਸ਼ਬਦ ਦੇ ਧਿਆਨ 'ਚ ਕਿਤਨੀ ਦੇਰ ਬੈਠ ਕੇ ਮਸਤ ਹੋ ਗਿਆ ਹਾਂ, ਕਿਤਨੀ ਦੇਰ ਆਪਕ ਹੋ ਗਿਆ ਹੈ, ਸ਼ਬਦ ਦੇ ਨਾਲ ਲੀਨ ਹੋ ਗਿਆ ਹਾਂ। ਕੋਈ ਸਥਾਨ ਨਿਯਤ ਹੈ ਮੇਰਾ, ਕੋਈ ਸਮਾਂ ਹੈ। ਗੁਰੂ ਨੂੰ ਪ੍ਰੇਮ ਨਾਲ ਬੈਠ ਕੇ ਮਨ ਵਿੱਚ ਉਤਾਰਨਾ ਹੈ। ਇਹ ਮੇਰੇ ਮਨ ਵਿੱਚ ਵਿਚਾਰ ਨਹੀਂ ਉੱਠਦੇ ਹਨ। ਦਿਸ ਇਜ਼ ਦੀ ਅਨਫੋਰਚੂਨੇਟ ਇਵੈਂਟ। ਮੈਂ ਤਾਂ ਡੇ ਟੂ ਡੇ ਵਿੱਚ ਹੀ ਜੀਵਨ ਨੂੰ ਖਤਮ ਕਰਦਾ ਜਾ ਰਿਹਾ। ਇਹਦੇ ਵਿੱਚ ਬਹੁਤ ਗਹਿਰ ਵਿਚਾਰ ਦੀ ਲੋੜ ਹੈ, ਬਹੁਤ ਗਹਿਨ ਸੀਰੀਅਸ ਇੰਟਰੋਸਪੈਕਸ਼ਨ ਦੀ ਲੋੜ ਹੈ ਕਿ ਮੇਰਾ ਜੀਵਨ ਜਾ ਕਿੱਥੇ ਰਿਹਾ ਹੈ, ਮੈਂ ਕਰ ਕੀ ਰਿਹਾ ਹਾਂ ਆਪਣੇ ਇਸ ਓਪਰਚੁਨਿਟੀ ਨਾਲ। ਮੈਂ ਕੀ ਫਿਰ ਐਕਸਪੈਕਟ ਕਰ ਰਿਹਾ ਹਾਂ ਕਿ ਕੁਝ ਵੀ ਨਹੀਂ ਵਿਗੜੇਗਾ। ਜੋ ਮੈਂ ਕਰਾਂਗਾ, ਗੁਰੂ ਕਹਿੰਦਾ ਹੈ, ਉਸ ਤਰ੍ਹਾਂ ਹੀ ਮੈਨੂੰ ਅੱਗੇ ਮਿਲੇਗਾ। ਔਰ ਅਗਰ ਮੈਂ ਮੂਵਮੈਂਟ ਵਿੱਚ ਚੂਜ਼ ਕਰਦਾ ਹਾਂ, ਮੂਵਮੈਂਟ ਵਿੱਚ ਹੀ ਜਾਣਾ ਹੈ, ਰੈਸਟ ਨਹੀਂ ਕਰਨਾ ਹੈ, ਤਾਂ ਫਿਰ ਉਹ ਮੂਵਮੈਂਟ ਕਰਮਾਂ ਅਨੁਸਾਰ ਮੈਨੂੰ ਸਦਾ ਹੀ ਬਹਾਵ ਵਿੱਚ ਲੈ ਜਾਏਗੀ, ਧਿਆਨ ਵਿੱਚ ਨਹੀਂ ਲੈ ਜਾਏਗੀ। ਸ਼ਬਦ ਦੇ ਧਿਆਨ ਤੋਂ ਪਰੇ ਦਾ ਇੱਕ ਜੀਵਨ ਹੈ, ਉਹਦੇ ਵਿੱਚ ਨਹੀਂ ਲੈ ਜਾਏਗੀ ਮਹਾਰਾਜ। ਜਿਵੇਂ ਭਟਕ ਗਿਆ, ਕੋਈ ਭਟਕਦਾ ਹੀ ਟੁਰਦਾ ਜਾ ਰਿਹਾ ਹੈ। ਕੋਈ ਪਕੜ ਨਹੀਂ ਪਾ ਰਿਹਾ ਸਥਾਨ ਜਿੱਥੇ ਕਿ ਥੰਮ ਸਕੇ, ਰੁਕ ਸਕੇ। ਇੱਕ ਨਦੀ ਵਿੱਚ ਇੱਕ ਕਿਸ਼ਤੀ ਬੇਕਾਬੂ ਹੋ ਕੇ ਬਹਿ ਰਹੀ ਹੈ, ਬਸ ਉਸ ਨੂੰ ਕੋਈ ਪਕੜ ਨਹੀਂ ਪਾ ਰਿਹਾ, ਆਪਣੇ ਆਪ ਨੂੰ ਉਹ ਪਕੜ ਨਹੀਂ ਸਕ ਰਹੀ। ਕਿਵੇਂ ਕਿਨਾਰਾ ਲੱਗ ਜਾਏ, ਕਿਵੇਂ ਰੁਕ ਜਾਏ ਇਸ ਬਹਾਵ ਚੋਂ, ਇੱਕ ਇੰਪੋਸੀਬਲ ਜੀ ਗੱਲ ਚੱਲਦੀ ਹੈ। ਉੱਥੇ ਗੁਰੂ ਪਵਿੱਤਰਤਾ ਦੀ ਗੱਲ ਕਰਦੇ ਹਨ, ਮਨ ਨੂੰ ਸ਼ੁੱਧ ਔਰ ਨਿਰਮਲ ਕਰਨ ਦੀ ਗੱਲ ਕਰਦੇ ਹਨ। ਉੱਥੇ ਗੁਰੂ ਹਉਮੈ ਨੂੰ ਤਿਆਗਣ ਦੀ ਗੱਲ ਚਲਾਉਂਦੇ ਹਨ। ਮਹਾਰਾਜ ਨਦੀ ਦੇ ਉਸ ਪਾਰ ਜਾਣ ਤੋਂ ਪਹਿਲਾਂ ਇਸ ਨੂੰ ਥੰਮਣਾ ਪਏਗਾ, ਰੋਕਣਾ ਪਏਗਾ ਬਹਾਵ ਚੋਂ। ਇੱਕ ਤਾਂ ਥਾਟ ਦਾ ਬਹਾਵ ਚੱਲ ਰਿਹਾ ਹੈ, ਕੌਨਸਟੈਂਟਲੀ ਮੈਂ ਉਹਦੇ 'ਚ ਹੀ ਬਹਿੰਦਾ ਜਾ ਰਿਹਾ ਹਾਂ। ਸਾਰਾ ਦਿਨ ਰਾਤ ਇੱਕ ਕੌਨਸਟੈਂਟ ਫਲੋ ਆਫ ਥਾਟਸ ਚੱਲ ਰਿਹਾ ਹੈ, ਰੁਕਦਾ ਹੀ ਨਹੀਂ ਹੈ। ਮੈਂ ਉਹਨੂੰ ਤਿਆਗਣਾ ਨਹੀਂ ਜਾਣਦਾ, ਕਿਉਂਕਿ ਆਈ ਹੈਵ ਆਈਡੈਂਟੀਫਾਈਡ ਮਾਈ ਸੈਲਫ ਵਿਦ ਦੀਜ਼ ਥਾਟਸ, ਦੀਜ਼ ਆਰ ਮਾਈ ਥਾਟਸ। ਇੱਕ ਮਿੰਟ ਲਈ ਅਗਰ ਮੈਂ ਕਹਾਂ ਇਹ ਮੇਰੀਆਂ ਨਹੀਂ ਹਨ,
ਤਾਂ ਤਿਆਗੀ ਜਾਣਗੀਆਂ। ਇਹਨਾਂ ਨੂੰ ਦੇਖਣਾ ਹੈ, ਬਸ ਗਿਰਦੀਆਂ ਜਾਂਦੀਆਂ ਹਨ। ਮਹਾਰਾਜ ਕਹਿੰਦੇ ਹਨ, ਥਿਰ ਘਰ ਬੈਸੋ ਹਰ ਜਨ ਪਿਆਰੇ, ਟੁਕ ਦਮ ਕਰਾਰੀ ਜੋ ਕਰੇ, ਹਾਜ਼ਿਰ ਹਜ਼ੂਰ ਖੁਦਾਏ। ਮਹਾਰਾਜ ਸਮਝਾ ਰਹੇ ਹਨ ਮਨ ਦੀ ਸਾਈਕੋਲੋਜੀ, ਅਲਟੀਮੇਟ ਸਾਈਕੋਲੋਜੀ। ਜਿੱਥੇ ਇੱਕ ਵਾਰ ਮੈਦਾਨ ਮਾਰਿਆ ਗਿਆ, ਜਿੱਤਿਆ ਗਿਆ, ਫਿਰ ਹਾਰ ਔਰ ਦੁੱਖ ਜੀਵਨ ਚੋਂ ਖਤਮ ਹੋ ਗਿਆ, ਮੌਤ ਖਤਮ ਹੋ ਗਈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਦੋਨੋਂ ਤੋਂ ਆਜ਼ਾਦ ਹੋ ਗਏ ਮਹਾਰਾਜ। ਗੁਰੂ ਨੇ ਇੱਕ ਮਨ ਦੀ ਅਵਸਥਾ ਪ੍ਰਗਟ ਕੀਤੀ ਹੈ, ਜਿਹਦੇ ਵਿੱਚ ਸਹਿਜ ਹੈ, ਠਹਿਰਾਵ ਹੈ, ਜਿਹਦੇ ਵਿੱਚ ਪ੍ਰੇਮ ਹੈ, ਜਿਹਦੇ ਵਿੱਚ ਆਨੰਦ ਹੈ। ਸਰੀਰ ਵਿੱਚ ਭੋਗ ਹਨ, ਪਲੇਜਰਸ ਹਨ, ਝਲਕੀਆਂ ਹਨ ਉਸ ਆਨੰਦ ਦੀਆਂ, ਕੰਡੀਸ਼ਨਲ ਹਨ। ਸੁੱਖ ਔਰ ਦੁੱਖ ਦਾ ਇੱਕ ਖੇਡ ਹੈ। ਸੁਖ ਮੰਗੋ ਦੁੱਖ ਆਗੇ ਆਏ, ਸੋ ਸੁਖ ਹमें न मांगिया पावे। ਸੁਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਇੱਥੇ ਕੱਪੜੇ ਹਨ। ਅੱਜ ਸੁੱਖ ਹੈ ਤੇ ਕੱਲ ਦੁੱਖ ਹੋਏਗਾ ਹੀ, ਅੱਜ ਦੁੱਖ ਹੈ ਤੇ ਕੱਲ ਉਸ ਤੋਂ ਸੁੱਖ ਮਿਲੇਗਾ ਹੀ। ਆਜ਼ਾਦੀ ਨਹੀਂ ਹੈ। ਇਹਨਾਂ ਸੁੱਖ ਔਰ ਦੁੱਖ ਦੇ ਵਿੱਚ ਹੀ ਬੰਨੇ ਰਵਾਂਗੇ। ਟਾਈਡ ਟੂ ਮਾਈ ਡਿਜ਼ਾਇਰ ਫॉर ਹੈਪੀਨੈਸ ਆਈ ਗੈਟ ਅਨਹੈਪੀ, ਪੁਲਡ ਬਾਈ ਮਾਈ ਡਿਜ਼ਾਇਰ ਫॉर ਬੀਇੰਗ ਹੈਪੀ ਆਈ ਗੈਟ ਸੈਡ। ਇਸ ਡਿਜ਼ਾਇਰ ਨੇ ਮੈਨੂੰ ਬੰਨਿਆ ਹੋਇਆ ਹੈ, ਇਸ ਤ੍ਰਿਸ਼ਨਾ ਨੇ, ਇਸ ਭਟਕਣ ਨੇ ਮੈਨੂੰ ਬੰਨਿਆ ਹੋਇਆ ਹੈ ਇਸ ਸੁੱਖ ਦੇ ਨਾਲ। ਔਰ ਜਿੱਥੇ ਮੈਂ ਇਹਨੂੰ ਲੱਭ ਰਿਹਾ ਹਾਂ ਉੱਥੇ ਉਹ ਹੈ ਨਹੀਂ, ਉੱਥੇ ਸੁੱਖ ਔਰ ਦੁੱਖ ਦੋਨੋਂ ਹਨ। ਇੱਥੇ ਗੱਲ ਫਸਦੀ ਹੈ। ਮੇਰਾ ਅੱਜ ਦਾ ਪੂਰਾ ਜੀਵਨ ਦਾ ਸਟਰਕਚਰ ਜੋ ਹੁਣ ਬਣ ਚੁੱਕਿਆ ਹੈ, ਇਹ ਸੁੱਖ ਔਰ ਦੁੱਖ ਦੇ ਖੇਡ ਵਿੱਚ ਹੈ ਕਿ ਦੁੱਖ ਨੂੰ ਮੈਨੇਜ ਕਰ ਲਈਏ, ਦੁੱਖ ਔਰ ਸੁੱਖ ਤੋਂ ਆਜ਼ਾਦ ਹੋ ਜਾਈਏ। ਇਹ ਮੇਰਾ ਸਟਰਕਚਰ ਨਹੀਂ ਹੈ। ਜਦ ਕਿ ਗੁਰੂ ਸਾਨੂੰ ਸੁੱਖ ਔਰ ਦੁੱਖ ਦੀ ਆਜ਼ਾਦੀ ਦੱਸ ਰਿਹਾ ਹੈ। ਨਾਮ ਦੀ ਇੱਕ ਐਸੀ ਅਵਸਥਾ ਦੱਸ ਰਿਹਾ ਹੈ ਮਨ ਦੀ, ਜਿੱਥੇ ਸਦਾ ਵਿਗਾਸ ਹੈ। ਨਾਨਕ ਭਗਤਾ ਸਦਾ ਵਿਗਾਸ। ਨਹੀਂ ਤਾਂ ਫਿਰ ਕੀ ਵਿਗਾਸ ਹੈ ਜਿਹੜਾ ਸਦਾ ਨਹੀਂ ਹੈ? ਫਿਰ ਤਾਂ ਦੁੱਖ ਹੈ। ਪਰ ਗੁਰੂ ਉਸ ਦੀ ਗੱਲ ਨਹੀਂ ਕਰਦਾ। ਗੁਰੂ ਕਹਿੰਦਾ ਹੈ ਕਿ ਭਗਤਾਂ ਨੂੰ ਸਦਾ ਵਿਗਾਸ ਹੈ। ਔਰ ਸੁਣਨ ਤੋਂ ਇਹ ਕਹਾਣੀ ਸ਼ੁਰੂ ਹੋਏਗੀ ਜਦੋਂ ਪਵਿੱਤ ਹੋਣਾ ਸ਼ੁਰੂ ਹੋਏਗਾ, ਜਦੋਂ ਸ਼ਬਦ ਦਾ ਧਿਆਨ ਕਰੇਗਾ। ਮੇਰੇ ਮਨ ਦੇ ਵਿੱਚ ਇੱਕ ਐਸੀ ਮਨ ਦੀ ਅਵਸਥਾ ਹੈ ਜਿੱਥੇ ਸਦਾ ਆਨੰਦ ਹੈ ਮਹਾਰਾਜ, ਜਿੱਥੇ ਸਰੀਰ ਤੋਂ ਪਰੇ ਵੀ ਆਨੰਦ ਹੈ, ਸਰੀਰ ਤੋਂ ਪਹਿਲਾਂ ਵੀ ਆਨੰਦ ਹੈ। ਬਸ ਟੁਕ ਦਮ ਕਰਾਰੀ ਜੋ ਕਰੇ, ਹਾਜ਼ਿਰ ਹਜ਼ੂਰ ਖੁਦਾਏ। ਬੰਦੇ खोज दिल हर रोज, ना फिर परेशानी माहे। ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ, ਇਹ ਤੇ ਥੋੜੇ ਸਮੇਂ ਦਾ ਮੇਲਾ ਹੈ। ਪਰ ਮੇਰੀ ਜੋ ਚੋਇਸਿਸ ਡੇ ਟੂ ਡੇ ਲਾਈਫ ਦੀਆਂ ਹਨ, ਉਹਦੇ ਵਿੱਚ ਇਸ ਡੇ ਟੂ ਡੇ ਲਾਈਫ ਦੀ ਸਸਟੇਨੇਬਿਲਿਟੀ ਹੀ ਹੋ ਰਹੀ ਹੈ। ਉਸ ਤੋਂ ਅੱਗੇ ਕੁਝ ਨਹੀਂ ਹੋ ਰਿਹਾ ਹੈ। ਬਸ EMI ਦਿੱਤੀ ਜਾ ਰਹੀ ਹੈ। ਕੋਈ ਅਸਲ ਪੂੰਜੀ ਨਹੀਂ ਘਟ ਰਹੀ, ਅਸਲ ਪੂੰਜੀ ਬਣ ਨਹੀਂ ਰਹੀ ਹੈ। ਜਿਸ ਨੂੰ ਗੁਰੂ ਨੇ ਕਿਹਾ ਘੜੀਏ ਸ਼ਬਦ ਸੱਚੀ ਟਕਸਾਲ। ਜਿੱਥੇ ਇਹ ਪਵਿੱਤਰਤਾ ਹੋ ਰਹੀ ਹੈ, ਬਣ ਰਹੀ ਹੈ, ਉਹ ਇਹ ਟਕਸਾਲ ਹੈ। ਜਿਨ੍ਹਾਂ ਨੂੰ ਨਦਰ ਹੈ ਉਹ ਕਰਨਗੇ, ਮਹਾਰਾਜ ਕਹਿੰਦੇ ਹਨ। ਨਦਰ ਕੌਣ ਪਾਏਗਾ? ਜੋ ਮੰਗੇਗਾ ਨਦਰ ਮਹਾਰਾਜ, ਜੋ ਉਸ ਵੱਲ ਮੂੰਹ ਕਰੇਗਾ, ਗੁਰਮੁਖ ਬਣੇਗਾ, ਗੁਰੂ ਵੱਲ ਮੂੰਹ ਕਰਕੇ ਚਲੇਗਾ, ਗੁਰੂ ਤੋਂ ਮੰਗੇਗਾ। ਉਹ ਕੰਡੀਸ਼ਨਸ ਜਿਹੜੀਆਂ ਆਜ਼ਾਦ ਹਨ, ਇਸ ਦੁਨੀਆ ਦੀਆਂ ਬੰਨੀਆਂ ਹੋਈਆਂ ਨਹੀਂ ਹਨ। ਉਸ ਦੁਨੀਆ ਦੀ ਕਹਾਣੀ ਹੈ ਜਿੱਥੇ ਰਾਜ ਅਸਲ ਹੈ। ਕੋ ਹਰ ਸਮਾਨ ਨਹੀਂ ਰਾਜਾ। ਮੇਰੇ ਮਨ ਹਰ ਕਾ ਨਾਮ ਤੇ ਆਏ, ਸਾਚੀ ਭਗਤ ਤਾਂ ਥੀਏ ਜਾਂ ਹਰ ਵਸੇ ਮਨ ਆਏ। ਜਿਸ ਨੂੰ ਧਿਆਵਾਂਗਾ ਉਹ ਬਣ ਜਾਵਾਂਗਾ। ਮੈਂ ਟੈਨਸ਼ਨਸ ਵਿੱਚ ਹੀ ਸਾਰਾ ਜੀਵਨ ਕੱਢ ਦਿੱਤਾ। ਟੈਨਸ਼ਨ ਹੀ ਬਣ ਗਿਆ ਜੀਵਨ, ਪ੍ਰੈਸ਼ਰਸ ਵਿੱਚ ਬਣ ਗਿਆ।
ਮਨ ਮੁਟਾਵ ਵਿੱਚ ਬਣ ਗਿਆ। ਯਤਨ ਤਾਂ ਸਾਰੇ ਉਲਟੇ ਕੀਤੇ ਸਨ ਕਿ ਕੁਝ ਇੱਥੇ ਸੁੱਖ ਦਾ ਬਣਾ ਲਵਾਂਗੇ, ਬਸ ਇਹ ਪੜਾਵ ਪੂਰਾ ਹੋਏਗਾ ਫਿਰ ਸੁਖੀ ਹੋ ਜਾਵਾਂਗੇ। ਪਰ ਉਹ ਪੜਾਵ ਕਦੇ ਖਤਮ ਨਹੀਂ ਹੁੰਦਾ। ਇਹ 99 ਦਾ ਗੇੜ ਹੈ ਮਹਾਰਾਜ। ਇੱਥੇ ਇਹ ਦੌੜ ਹੀ ਖਤਮ ਕਰ ਦਿੰਦੀ ਹੈ। 100 ਕਦੇ ਨਹੀਂ ਆਉਂਦਾ ਹੈ। ਬੜੀ ਪੁਰਾਣੀ ਕਹਾਣੀ ਹੈ। ਰਾਜੇ ਕੋਲ ਇੱਕ ਨਾਈ ਆਂਦਾ ਸੀ, ਬੜਾ ਖੁਸ਼ ਰਹਿੰਦਾ ਸੀ, ਬੜਾ ਹਸਮੁਖ ਸੀ। ਰੋਜ਼ ਰਾਜਾ ਉਹਨੂੰ ਮਿਲਦਾ ਤੇ ਬੜੀ ਈਰਖਾ ਵਿੱਚ ਰਹਿੰਦਾ। ਪੈਸਾ ਤਾਂ ਮੇਰੇ ਕੋਲ ਹੈ, ਮੇਰੇ ਕੋਲ ਇੰਨੀ ਖੁਸ਼ੀ ਨਹੀਂ ਜਿੰਨਾ ਇਹ ਖੁਸ਼ ਹੈ। ਬਸ ਉਹਨੇ ਕੁਝ ਪੈਸਾ ਬੰਨਿਆ ਸੀ ਥੋੜਾ ਜਿਹਾ, ਉਹ ਰੋਜ਼ ਲੈ ਜਾਂਦਾ ਸੀ। ਆਪਣੇ ਵਜ਼ੀਰ ਨੂੰ ਉਹਨੇ ਕਿਹਾ, ਇਹ ਖੁਸ਼ ਕਿਉਂ ਹੈ ਇੰਨਾ? ਵਜ਼ੀਰ ਨੇ ਕਿਹਾ, ਜੀ ਸੰਤੋਖੀ ਹੈ, ਜੋ ਉਸਨੂੰ ਚਾਹੀਦਾ ਹੈ ਉਹਨੂੰ ਮਿਲ ਜਾਂਦਾ ਹੈ, ਉਹਦੇ 'ਚ ਖੁਸ਼ ਹੋ ਜਾਂਦਾ ਹੈ। ਕਹਿੰਦਾ ਫਿਰ ਇਹਦਾ ਤੋੜ ਕੀ ਹੈ? ਬੋਲੋ ਜੀ ਇਹਦੇ ਘਰ ਵਿੱਚ ਇੱਕ 99 ਸੋਨੇ ਦੇ ਸਿੱਕੇ ਸਿੱਟ ਦਿਓ, ਉਹ 100 ਕਰਨ 'ਚ ਲੱਗ ਪਏਗਾ। ਫਿਰ ਬਸ ਹੋ ਗਿਆ ਖਤਮ। ਹੁਣ ਦੌੜੇਗਾ, ਭੁੱਲ ਜਾਏਗਾ ਮੈਂ ਜਾਣਾ ਕਿਧਰ ਸੀ, ਮੈਂ ਕਿਧਰ ਪਹੁੰਚ ਗਿਆ, ਮੈਂ ਕਰਨ ਕੀ ਆਇਆ ਸੀ, ਕਰ ਕੀ ਰਿਹਾ ਹਾਂ, ਮੈਂ ਕਮਾਣਾ ਸੀ ਕੀ ਔਰ ਕਮਾ ਕੀ ਰਿਹਾ ਹਾਂ। ਜੋ ਛੱਡਣਾ ਸੋ ਅਸਥਿਰ ਕਰ ਜਾਣਾ। ਜਿਸ ਨੂੰ ਛੱਡਣਾ ਹੈ ਉਹਨੂੰ ਸਦਾ ਲਈ ਜਾਣ ਲਿਆ। ਬਸ ਉਹ 99 ਦੀ ਜਿਹੜੀ ਦੌੜ ਹੈ ਉਹੀ ਰਿਐਲਿਟੀ ਹੋ ਜਾਏਗੀ ਲਾਈਫ ਦੀ। ਇਹੀ ਮੇਰੀ ਸਾਰੀ ਜੀਵਨ ਦਾ ਕਰਕਸ ਰਹਿ ਗਿਆ। ਹੁਣ ਅਸੀਂ ਸਾਰੇ ਇਸ ਦੌੜ ਵਿੱਚ ਹੀ ਲੱਗੇ ਹੋਏ ਹਾਂ। ਬਸ ਇਸ ਤੋਂ ਪਾਰ ਕੀ ਹੈ ਨਹੀਂ ਜਾ ਪਾ ਰਹੇ ਹਾਂ। ਬਸ ਦੌੜਦੇ ਹੀ ਹਾਂ, ਔਰ ਕਦੋਂ ਸਰੀਰ ਗਿਰ ਜਾਏਗਾ ਇਹਦੀ ਕੋਈ ਖਬਰ ਨਹੀਂ ਹੈ। ਬਸ ਇੱਕ ਅਜ਼ੰਪਸ਼ਨ ਹੈ ਕਿ ਅਸੀਂ ਨਹੀਂ ਮਰਾਂਗੇ। ਅਜ਼ੰਪਸ਼ਨ ਤਾਂ ਹੈ, ਨਹੀਂ ਤਾਂ ਜੀਵਨ ਹੁਣੇ ਰੁਕ ਜਾਏ। ਅਗਰ ਮੈਂ ਅਜ਼ਿਊਮ ਨਹੀਂ ਕਰਦਾ, ਮੈਂ ਜਾਣ ਲੈਂਦਾ ਕਿ ਮੈਂ ਮਰਨਾ ਹੈ, ਤਾਂ ਜੀਵਨ ਇੱਥੇ ਹੀ ਖਲੋ ਜਾਏਗਾ, ਹੁਣੇ ਹੀ ਖਲੋ ਜਾਏਗਾ। ਕਿਉਂਕਿ ਮੈਂ ਉਹਦੇ ਬਾਰੇ ਕੀਤਾ ਕੀ ਹੈ, ਮੇਰਾ ਹੋਏਗਾ ਕੀ, ਮੈਂ ਜਾਣਾ ਕਿੱਥੇ ਹੈ। ਇਹ ਪ੍ਰਸ਼ਨ ਸਾਹਮਣੇ ਆ ਜਾਣਗੇ ਔਰ ਇਹਨਾਂ ਨੂੰ ਮੈਂ ਐਡਰੈਸ ਕੀਤਾ ਹੀ ਨਹੀਂ ਹੈ। ਮੇਰਾ ਸਾਰਾ ਜੀਵਨ ਦੀ ਕਲਾ, ਆਰਟ ਮੇਰੀ ਜੀਵਨ ਦੀ ਇਹ ਹੈ ਕਿ ਇਹਨਾਂ ਕੁਐਸਚਨਸ ਨੂੰ ਅਵੋਇਡ ਕਰਨਾ ਹੈ। ਔਰ ਹੁਣ ਤਾਂ ਰਿਲੀਜਨ ਵੀ ਇੱਕ ਟੂਲ ਬਣ ਗਿਆ ਇਹਨਾਂ ਨੂੰ ਅਵੋਇਡ ਕਰਨ ਲਈ, ਕਿਉਂਕਿ ਉਹਦੇ ਲਈ ਵੀ ਅਸੀਂ ਲੜਦੇ ਹਾਂ। ਹੁਣ ਉਹਨੇ ਇੱਕ ਧਰਮ ਹੀ ਆਪਸ ਵਿੱਚ ਲੜ ਪਏ। ਜਿਨ੍ਹਾਂ ਨੇ ਸੋਲਿਊਸ਼ਨ ਕੱਢਣਾ ਸੀ ਉਹੀ ਪ੍ਰੋਬਲਮ ਬਣ ਗਏ। ਹਿੰਦੂ ਮੁਸਲਮਾਨ ਸਿੱਖ ਈਸਾਈ ਲੜ ਪਏ, ਮੇਰਾ ਵੱਡਾ ਤੇਰਾ ਛੋਟਾ, ਇਹੀ ਕਹਾਣੀ ਚੱਲ ਪਈ। ਦੀ ਆਰਟ ਆਫ ਸੈਲਫ ਡਿਸਟਰਕਸ਼ਨ। ਇਸ ਮਨ ਦੀ ਕਥਾ ਇਹੀ ਹੈ। ਹਉਮੈ ਡਿਸਟਰੋਏ ਹੀ ਕਰਦੀ ਹੈ। ਸਟੀਫਨ ਹਾਕਿੰਸ ਬੜਾ ਵੱਡਾ ਸਾਇੰਟਿਸਟ, ਆਇਨਸਟਾਈਨ ਤੋਂ ਬਾਅਦ ਉਸ ਨੂੰ ਮੰਨਿਆ ਗਿਆ। ਬਲੈਕ ਹੋਲ ਦੀ ਥਿਓਰੀਜ਼ ਉਹਨੇ ਕਈ ਕੱਢੀਆਂ। ਹੁਣੇ ਕੁਝ ਚਿਰ ਪਹਿਲੇ ਸਰੀਰ ਛੱਡਿਆ। ਉਹਨੂੰ ਪੁੱਛਿਆ ਕਿ ਜੀਵਨ ਦਾ ਫਿਊਚਰ ਕੀ ਹੈ ਲਾਈਫ ਦਾ, ਤਾਂ ਉਹ ਕਹਿੰਦਾ ਹੈ ਈਗੋ ਔਰ ਗਰੀਡ, ਇਹ ਦੋਨੋਂ ਚੀਜ਼ਾਂ ਦੁਨੀਆ ਨੂੰ ਬਰਬਾਦ ਕਰ ਦੇਣਗੀਆਂ। ਇਸ ਹਉਮੈ ਦਾ ਸੈਲਫ ਡਿਸਟਰਕਸ਼ਨ ਅਲਟੀਮੇਟ ਰਿਐਲਿਟੀ ਹੈ, ਹੋਰ ਕੁਝ ਨਹੀਂ ਹੈ। ਅਗਰ ਇਹਦੇ ਪਾਰ ਨਹੀਂ ਗਏ ਤਾਂ ਸੈਲਫ ਡਿਸਟਰਕਟ ਕਰ ਰਹੇ ਹਾਂ ਆਪਣੇ ਆਪ ਨੂੰ। ਅਗਰ ਇਹਦੇ ਪਾਰ ਗਏ ਤਾਂ ਬਹੁਤ ਮਜ਼ੇਦਾਰ ਕਹਾਣੀ ਹੈ। ਗੁਰੂ ਕਹਿ ਰਿਹਾ ਹੈ, ਨਾਨਕ ਭਗਤਾ ਸਦਾ ਵਿਗਾਸ। ਫਿਰ ਜੀਵਨ ਦਾ ਤੱਤ ਹੈ, ਜੀਵਨ ਦੀ ਰਿਐਲਿਟੀ ਹੈ, ਜੀਵਨ ਦੀ ਐਬਸੋਲੂਟ ਐਗਜ਼ਿਸਟੈਂਸ ਹੈ। बेगमपुरा शहर को नाओ, दुख अंदो नहीं तै ठाओ। ना दुख है ना एंग्जाइटी है, राव दी तुख है अब मोहे खूब वतन गए पाई, ऊहा खैर सदा मेरे पाई। गल ते है सदा दी है महाराज। कुछ सिर ਲਈ ਤਾਂ ਖੈਰ ਸਾਡੀ ਇੱਥੇ ਵੀ ਹੈ, ਪਰ ਸਦਾ ਲਈ ਨਹੀਂ ਹੈ। ਭਗਤ ਰਵਿਦਾਸ ਕਹਿੰਦੇ ਨੇ ਅਬ ਮੋਹੇ ਖੂਬ ਵਤਨ ਗਏ ਪਾਈ। ਹੁਣ ਮੈਂ ਬਹੁਤ ਕਮਾਲ ਦਾ ਆਸ਼ਚਰਜ, ਇੱਕ ਵਤਨ, ਇੱਕ ਦੇਸ਼, ਇੱਕ ਸਪੇਸ ਮੈਨੂੰ ਮਿਲ ਗਈ ਹੈ। ਉਹਾਂ ਖੈਰ ਸਦਾ ਮੇਰੇ ਪਾਈ, ਉੱਥੇ ਸਦਾ ਮੇਰੀ ਖੈਰ ਹੈ, ਮੇਰੀ ਦੇਖ ਰੇਖ ਹੈ।
ਮੇਰੀ ਸੰਭਾਲ ਹੈ, ਮੇਰਾ ਆਨੰਦ ਹੈ। ਅਸੀਂ ਉੱਥੇ ਹੀ ਜਾਣ ਦਾ ਯਤਨ ਕਰ ਰਹੇ ਹਾਂ, ਪਰ ਦਰਵਾਜ਼ੇ ਗਲਤ ਖਟਕਾ ਰਹੇ ਹਾਂ। ਜਾਣਾ ਚਾਹੁੰਦੇ ਉੱਥੇ ਹਾਂ, ਪਰ ਉਸ ਵੈਲਿਊ ਸਿਸਟਮ ਵਿੱਚ ਜੀਵਨ ਵਿੱਚ ਨਹੀਂ ਉਤਾਰ ਪਾ ਰਹੇ, ਕਿਉਂਕਿ ਅੱਜ ਦਾ ਜਿਹੜਾ ਵੈਲਿਊ ਸਿਸਟਮ ਹੈ ਇਹ ਬਿਲਕੁਲ ਆਪੋਜ਼ਿਟ ਚੱਲ ਰਿਹਾ ਹੈ। ਮਹਾਰਾਜ ਕਹਿੰਦੇ ਹਨ ਕਿ ਜੀਵਨ ਦੇ ਵਿੱਚ ਪਵਿੱਤਰ ਹੋਣਾ ਨਾਮ ਨੂੰ ਧਿਆਨ ਨਾਲ ਹੀ ਹੋਏਗਾ, ਹੋਰ ਕਿਸੇ ਤਰ੍ਹਾਂ ਨਹੀਂ ਹੋ ਸਕਦਾ। ਜੀਵਨ ਪਵਿੱਤਰਤਾ ਵੱਲ ਕਿਵੇਂ ਟੁਰੇਗਾ ਮਹਾਰਾਜ? ਕਿਵੇਂ ਅਸੀਂ ਜਾਣ ਲਵਾਂਗੇ ਕਿ ਪਵਿੱਤਰਤਾ ਕੀ ਹੈ? ਜਦੋਂ ਮੇਰੀ ਹਉਮੈ ਗਿਰੇਗੀ, ਗੁਰਪ੍ਰਸਾਦ ਬਖਸ਼ੇਗਾ। ਗੁਰੂ ਨੇ ਜੋ ਸਾਨੂੰ ਦੱਸਿਆ ਹੈ, ਅਸੀਂ ਇਸੇ ਨੂੰ ਸੱਚ ਸਮਝ ਕੇ ਅਗਰ ਜੀਵਨ ਜੀਏ ਤਾਂ ਮੇਰਾ ਉਹ ਜੀਵਨ ਨਹੀਂ ਰਹੇਗਾ ਜੋ ਅੱਜ ਮੇਰਾ ਜੀਵਨ ਹੈ ਹਜੂਰ। ਔਰ ਇਹ ਮੇਰਾ ਜੀਵਨ ਹੈ। ਮੈਂ ਇਹਦੇ ਬਾਰੇ ਇਹ ਕੀ ਜਾਣਦਾ ਹਾਂ? ਕਲੈਕਟਿਵ ਲਾਈਫ ਬਾਰੇ ਮੈਂ ਕਹਿੰਦਾ ਮੈਂ ਆਪਣੇ ਪਰਿਵਾਰ ਦਾ ਭਲਾ ਚਾਹੁੰਦਾ ਹਾਂ। ਫਿਰ ਗੁਰੂ ਸਮਝਾਉਂਦਾ ਹੈ ਕਿ ਪਰਿਵਾਰ ਦਾ ਭਲਾ ਕਿੱਥੇ ਹੈ? ਈਗੋ ਮਾਈਂਡ ਵਿੱਚ ਪਰਿਵਾਰ ਦਾ ਭਲਾ ਨਹੀਂ ਹੈ, ਉੱਥੇ ਵਿਛੋੜਾ ਹੈ, ਉੱਥੇ ਕੋਈ ਪਰਿਵਾਰ ਹੀ ਨਹੀਂ ਹੈ, ਨਾ ਉੱਥੇ ਕੋਈ ਵਿਆਹ ਹੈ, ਨਾ ਉੱਥੇ ਕੋਈ ਆਨੰਦ ਕਾਰਜ ਹੈ, ਨਾ ਉੱਥੇ ਕੋਈ ਐਸਾ ਮਿਲਣ ਹੈ ਜਿਹਦੇ 'ਚ ਵਿਛੋੜਾ ਨਹੀਂ ਹੈ, ਔਰ ਨਾ ਹੀ ਉੱਥੇ ਕੋਈ ਪਰਿਵਾਰ ਹੈ, ਕਿਉਂਕਿ ਉੱਥੇ ਸਦਾ ਕੁਝ ਵੀ ਨਹੀਂ ਹੈ। ਤਾਂ ਜੋ ਵੀ ਪਰਿਵਾਰ ਹੈ ਇੱਕ ਮੋਮੈਂਟਰੀ ਇਵੈਂਟ ਹੈ, ਉਸ ਇਵੈਂਟ ਦੇ ਅੰਦਰ ਹੀ ਹੈ, ਉਦੋਂ ਬਾਹਰ ਨਹੀਂ ਹੈ। ਮਹਾਰਾਜ ਸਾਨੂੰ ਇੱਕ ਇਹੋ ਜਿਹੀ ਮਨ ਦੀ ਅਵਸਥਾ ਨਾਲ ਅੱਜ ਸਾਂਝੇ ਕਰ ਰਹੇ ਹਨ ਜਿਹਦੇ 'ਚ ਮੇਰਾ ਕਰਨਾ ਜ਼ਰੂਰੀ ਨਹੀਂ, ਮੇਰਾ ਲੈਟ ਗੋ ਜ਼ਰੂਰੀ ਹੈ। ਮੇਰਾ ਧਿਆਨ ਕਿਸ ਪਾਸੇ ਨੂੰ ਜਾਏ ਉਹ ਜ਼ਰੂਰੀ ਹੈ। ਅਗਰ ਮੈਂ ਉਸ ਧਿਆਨ ਵਿੱਚ ਉਤਰ ਜਾਂਦਾ ਹਾਂ, ਉਸ ਸ਼ਬਦ ਨਾਲ ਸਾਂਝ ਪਾ ਲੈਂਦਾ ਹਾਂ, ਤਾਂ ਮੈਂ ਗੁਰੂ ਨੂੰ ਮਿਲਾਂਗਾ। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣਾ ਹੈ ਤਾਂ ਇਹ ਰਸਤਾ ਹੈ, ਉਹਨਾਂ ਦੇ ਧਿਆਨ 'ਚ ਬੈਠਣਾ, ਸ਼ਬਦ ਦੇ ਧਿਆਨ 'ਚ ਬੈਠਣਾ, ਉਸ ਮਨ ਵਿੱਚ ਉਤਰ ਜਾਣਾ ਜਿਹੜਾ ਸਦਾ ਲਈ ਹੈ। ਉੱਥੇ ਹਾਜ਼ਰ ਹੈ ਗੁਰੂ। ਮਹਾਰਾਜ ਕਹਿੰਦੇ ਨੇ ਫਿਰ ਇਹ ਪਰਿਵਾਰ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਵਾਇਆ। ਇਹ ਜਿਹੜੀ ਪਵਿੱਤਰਤਾ ਹੈ, ਇਹ ਜਿਹੜੀ ਮਨ ਦੀ ਅਵਸਥਾ ਹੈ, ਇਹ ਜਿਹੜੀ ਸੁੱਚਤਾ ਹੈ ਮਨ ਦੀ, ਇਹ ਸਭ ਨਾਲ ਮਿਲਾ ਦੇਗੀ, ਕਿਸੇ ਨੂੰ ਤੋੜੇਗੀ ਨਹੀਂ, ਕਿਸੇ ਤੋਂ। ਪਰਿਵਾਰ ਨਾਲ ਮਿਲਾਏਗੀ, ਕੁਟੁੰਬ ਨੂੰ ਮਿਲਾਏਗੀ, ਮਾਤਾ ਪਿਤਾ ਨਾਲ ਮਿਲਾਏਗੀ, ਔਰ ਸੰਗਤ ਨਾਲ ਵੀ, ਸੋਸਾਇਟੀ ਦੇ ਸੈਂਟਰਲ ਫੋਕਸ ਨਾਲ ਮਿਲਾਏਗੀ। ਉਸ ਐਨਰਜੀ ਨਾਲ ਸਾਨੂੰ ਜੋੜ ਦੇਗੀ ਜੋ ਸਦਾ ਲਈ ਹੈ ਮਹਾਰਾਜ। ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਤਾਂ ਅਭਿਆਸ ਕਰਾਂਗੇ ਤੇ ਪਰਿਵਾਰ ਤੋਂ ਟੁੱਟ ਜਾਵਾਂਗੇ। The reality is opposite। ਅਸੀਂ ਇਸ ਵੇਲੇ ਜੁੜੇ ਹੀ ਨਹੀਂ ਹਾਂ, ਕਿਉਂਕਿ ਅਸੀਂ ਆਪਣੇ ਤੱਤ ਨੂੰ ਨਹੀਂ ਜਾਣਦੇ, ਆਪਣੇ ਮੂਲ ਮਨ ਨੂੰ ਨਹੀਂ ਜਾਣਦੇ, ਤਾਂ ਅਸੀਂ ਕਿਸ ਨਾਲ ਜੁੜੇ ਹਾਂ? ਅਸੀਂ ਸਿਰਫ ਇੱਕ ਟੈਂਪਰਰੀ ਫਿਨੋਮੀਨਾ ਹਾਂ ਈਗੋ ਦਾ, ਜਿਹੜਾ ਆਪਣੇ ਸਮੇਂ ਨਾਲ ਖਤਮ ਹੋ ਜਾਏਗਾ। ਮੈਨੂੰ ਉਸ ਤੋਂ ਬਿਯੋਂਡ ਤਾਂ ਕੁਝ ਗਿਆਨ ਹੈ ਹੀ ਨਹੀਂ। ਗੁਰੂ ਕਹਿ ਰਿਹਾ ਹੈ ਕਿ ਇਸ ਮਨ ਦੀ ਅਵਸਥਾ ਨਾਲ ਮੈਂ ਸਦਾ ਲਈ ਜੁੜ ਜਾਵਾਂਗਾ, ਆਪਣੇ ਪਰਿਵਾਰ ਨਾਲ, ਆਪਣੀ ਸੰਗਤ ਨਾਲ, ਆਪਣੇ ਗੁਰੂ ਨਾਲ, ਆਪਣੇ ਮਾਤਾ ਪਿਤਾ ਨਾਲ, ਆਪਣੇ ਸੋਰਸ ਨਾਲ, ਕਿਸੇ ਤੋਂ ਵੀ ਨਹੀਂ ਟੁੱਟਾਂਗਾ ਫਿਰ, ਕਿਉਂਕਿ ਉਸ ਅਵਸਥਾ ਵਿੱਚ ਮਿਲਣ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੀ ਮਿਲਣ ਦੀ ਹੈ ਸਾਰੀ। ਇਹ ਸਟੋਰੀ ਹੀ ਮੀਟਿੰਗ ਹੈ, ਜੁਆਇਨਿੰਗ ਹੈ, ਰਿਜੋਇਸਿੰਗ ਹੈ। ਇਹ ਸਟੋਰੀ ਹੀ ਸਦਾ ਵਿਕਾਸ ਦੀ ਹੈ। ਇਸ ਕਰਕੇ ਫੀਅਰਲੈਸਨੈਸ ਵੀ ਹੈ, ਨਹੀਂ ਤਾਂ ਫੀਅਰਲੈਸਨੈਸ ਨਹੀਂ ਹੋ ਸਕਦੀ। ਨਿਰਭਉ ਈਗੋ ਅਵਸਥਾ ਵਿੱਚ ਕਦੇ ਨਹੀਂ ਹੋ ਸਕਦੀ, ਕਿਉਂਕਿ ਈਗੋ ਅਵਸਥਾ ਸਭ ਕੁਝ, ਜੋ ਕੁਝ ਮੈਂ ਓਨ ਕਰਦਾ ਹਾਂ ਉਹ ਸਭ ਕੁਝ ਲੈ ਲੇਗੀ। ਤਾਂ ਕਿਵੇਂ ਫੀਅਰਲੈਸ ਹੋ ਸਕਦਾ ਹੈ? ਮਹਾਰਾਜ ਕਹਿੰਦੇ ਨੇ ਕੈਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਜਿਨ੍ਹਾਂ ਨੇ ਨਿਰੰਕਾਰ ਨੂੰ ਮਨ ਵਿੱਚ ਵਸਾ ਲਿਆ, ਹੁਣ ਉਹ ਕਹਿਣਾ ਕਿ ਮੈਂ ਆਪਣੀ ਭਾਸ਼ਾ ਨੂੰ ਪਵਿੱਤਰ ਕਰ ਲਵਾਂ,
ਜਾਂ ਆਪਣੇ ਬੋਲਣ ਨੂੰ ਪਵਿੱਤਰ ਕਰ ਲਵਾਂ, ਆਪਣੇ ਸੁਣਨ ਨੂੰ ਪਵਿੱਤਰ ਕਰ ਲਵਾਂ। ਅਸੀਂ ਇਸ ਫੋਕਸ ਵੱਲ ਟੁਰਦੇ ਹਾਂ। ਪਰ ਗੁਰੂ ਕਹਿੰਦਾ ਹੈ ਕਿ ਜਦੋਂ ਅਸੀਂ ਇਹੋ ਜਿਹੇ ਮਿਲਣ ਵਿੱਚ ਉਤਰ ਆਉਂਦੇ ਹਾਂ ਤਾਂ ਜੋ ਕੁਝ ਮੈਂ ਸੁਣਾਂਗਾ ਉਹ ਪਵਿੱਤਰ ਹੈ, ਜੋ ਕੁਝ ਮੈਂ ਬੋਲਾਂਗਾ ਉਹ ਪਵਿੱਤਰ ਹੈ। ਇਹ ਡਿਕਟੇਟ ਹੋ ਰਿਹਾ ਹੈ ਕਿ ਮੈਂ ਮਨ ਦੀ ਤਹਿ ਤੱਕ ਕਿੱਥੇ ਆਪਣੇ ਆਪ ਨੂੰ ਜਾਣ ਲਿਆ, ਮਨ ਦੀ ਅਵਸਥਾ ਨੂੰ ਕਿੱਥੇ ਤੱਕ ਖੋਲ ਲਿਆ। ਜੇ ਮੈਂ ਮਨ ਦੀ ਉਸ ਮੂਲ ਅਵਸਥਾ ਨੂੰ ਜਾਣ ਲਿਆ ਤਾਂ ਫਿਰ ਮੈਂ ਸਦਾ ਵਿਕਾਸ ਨਾਲ ਜੁੜ ਗਿਆ। ਫਿਰ ਜੋ ਕੁਝ ਹੋ ਰਿਹਾ ਹੈ ਉਹ ਸਭ ਪ੍ਰਵਾਨ ਹੈ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਜਿਨ੍ਹਾਂ ਨੇ ਨਿਰੰਕਾਰ ਦੇ ਉਸ ਮਨ ਵਿੱਚ ਵਸੇ ਸਤ ਨੂੰ ਜਾਣ ਲਿਆ, ਮਨ ਵਿੱਚ ਉਸ ਨੂੰ ਵਸਾ ਲਿਆ, ਆਪਣੇ ਘਰ ਨੂੰ ਜਾਣ ਲਿਆ, ਹੁਣ ਉਹਨਾਂ ਦਾ ਸਭ ਕੁਝ ਬੋਲਣਾ ਔਰ ਸੁਣਨਾ ਪ੍ਰਵਾਨ ਹੈ, ਆਜ਼ਾਦ ਹੈ, ਆਨੰਦ ਹੈ, ਪ੍ਰੇਮ ਹੈ, ਪ੍ਰਕਾਸ਼ ਹੈ, ਅਨਹਦ ਨਾਦ ਹੈ, ਵਿਸਮਾਦ ਹੈ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਗੁਰੂ ਤਾਂ ਹੁਣ ਸਮਾਨ ਦੀ ਹੀ ਗੱਲ ਕਰ ਲੈਂਦੇ ਹਨ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਗੁਰੂ ਡਿਫਾਈਨ ਕਰ ਰਹੇ ਹਨ ਗੁਰਮੁਖ ਕੌਣ ਹੈ, ਪਵਿੱਤਰ ਕੌਣ ਹੈ। ਮਨ ਵਿੱਚ ਸਤ ਨੂੰ ਵਸਾ ਲਿਆ। ਮਨ ਦੀ ਉਸ ਅਵਸਥਾ ਦੀ ਗੱਲ ਹੁਣ ਮਹਾਰਾਜ ਸਾਡੇ ਨਾਲ ਸਾਂਝੀ ਕਰ ਰਹੇ ਹਨ, ਜਿੱਥੇ ਮੈਂ ਗਿਰ ਗਿਆ ਹੈ, ਜਿੱਥੇ ਮੇਰੀ ਤ੍ਰਿਸ਼ਨਾ ਗਿਰ ਗਈ ਹੈ, ਮੇਰਾ ਡਿਜ਼ਾਇਰ ਗਿਰ ਗਿਆ ਹੈ। ਮਨ ਸੰਤੋਖ ਵਿੱਚ ਆ ਕੇ, ਸਹਿਜ ਵਿੱਚ ਆ ਕੇ ਮਿਲਣ ਵਿੱਚ ਉਤਰ ਗਿਆ ਹੈ, ਮਨ ਦੇ ਆਨੰਦ ਵਿੱਚ ਪ੍ਰਗਟ ਹੋ ਗਿਆ ਹੈ। ਗੁਰੂ ਅਮਰਦਾਸ ਮਹਾਰਾਜ ਇੱਕ ਬਹੁਤ ਉੱਤਮ ਮਨ ਦੀ ਅਵਸਥਾ ਨੂੰ ਪ੍ਰਗਟ ਕਰ ਰਹੇ ਹਨ। ਸਾਨੂੰ ਉਸ ਅਵਸਥਾ ਨਾਲ ਜੋੜ ਰਹੇ ਹਨ ਜਿੱਥੇ ਪਵਿੱਤਰ ਹੈ ਇਨਸਾਨ, ਪਰਫੈਕਸ਼ਨ ਹੈ। ਦੇਵਤੇ ਹਨ, ਇਨਸਾਨ ਹੁਣ ਬਣ ਛੱਡ ਕੇ ਹੁਣ ਦੇਵਤੇ ਬਣ ਗਏ ਹਨ। ਜਿਨ ਮਾਨਸ ਤੇ ਦੇਵਤੇ ਕੀਏ। ਮੈਂ ਇਸ ਤੋਂ ਗਾਈਡ ਹੋ ਕੇ ਇੱਕ ਅਰਦਾਸ ਆਪਣੇ ਮਨ ਵਿੱਚ ਆਰੰਭ ਕਰਦਾ ਹਾਂ, ਮੈਨੂੰ ਰਾਹ ਮਿਲੇ। ਸੰਸਾਰ ਸਮੁੰਦੇ ਤਾਰ ਗੋਬਿੰਦੇ। ਇਸ ਸੰਸਾਰ ਦੇ ਸਮੁੰਦਰ ਤੋਂ ਮੈਨੂੰ ਤਾਰ ਦੇ ਮਹਾਰਾਜ। ਵਿਧੀ ਬਖਸ਼ ਦੇ, ਸੰਗਤ ਬਖਸ਼ ਦੇ, ਪ੍ਰੇਰਨਾ ਬਖਸ਼ ਦੇ। ਮੈਂ ਆਪਣੇ ਮਨ ਨੂੰ ਸ਼ਬਦ ਵਿੱਚ ਲੀਨ ਕਰਨਾ ਸਿੱਖ ਲਵਾਂ। ਇਹ 17ਵੀਂ ਪੌੜੀ ਆਨੰਦ ਸਾਹਿਬ ਦੀ ਬੜੀ ਕਿਰਪਾ ਦੀ ਪੌੜੀ ਹੈ। ਹਜੂਰ ਮਨ ਦੇ ਸੱਤ ਨੂੰ ਸਾਨੂੰ ਪ੍ਰਗਟ ਕਰ ਰਹੇ ਹਨ। ਮਨ ਵਿੱਚ ਹਾਰ ਔਰ ਜਿੱਤ ਹੋ ਰਹੀ ਹੈ ਦੱਸ ਰਹੇ ਹਨ, ਔਰ ਕਿਹਨਾਂ ਬੈਟਲਸ ਨੂੰ ਲੜਨਾ ਹੈ ਔਰ ਕਿਹਨਾਂ ਤੇ ਫੋਕਸ ਰੱਖਣਾ ਹੈ ਉਹ ਵੀ ਦੱਸ ਰਹੇ ਹਨ। ਅੱਜ ਦੀ ਇਹ 17ਵੀਂ ਪੌੜੀ ਦੀ ਵਿਚਾਰ ਇੱਥੇ ਤੱਕ ਪ੍ਰਵਾਨ ਕਰਨਾ। ਮਹਾਰਾਜ ਮੇਰੀਆਂ ਭੁੱਲਾਂ ਖਿਮਾ ਕਰ ਦੇਣਾ। ਮੈਂ ਗੁਰੂ ਦੀ ਸਿੱਖੀ ਲੱਭਣ 'ਚ ਕਈ ਗਲਤੀਆਂ ਕਰ ਦਿੰਦਾ ਹਾਂ, ਆਪ ਕਿਰਪਾ ਕਰਨਾ। ਸੰਗਤ ਮਿਲੇ, ਮਹਾਰਾਜ ਦੇ ਸ਼ਬਦ ਔਰ ਅਭਿਆਸ ਵਿੱਚ ਮਨ ਲਗੇ ਸਾਡੇ ਸਾਰਿਆਂ ਦਾ। ਅਸੀਂ ਜੀਵਨ ਨੂੰ ਉਸ ਪਾਸੇ ਲੈ ਜਾਈਏ ਜਿੱਥੇ ਗੁਰੂ ਸਾਨੂੰ ਪ੍ਰੇਰਦਾ ਹੈ। ਉਸ ਆਨੰਦ ਦੀ ਗੱਲ ਨੂੰ ਚਲਾਈਏ ਜਿਸ ਨੂੰ ਇਸ ਬਾਣੀ ਵਿੱਚ ਗੁਰੂ ਅਮਰਦਾਸ ਮਹਾਰਾਜ ਰਿਵੀਲ ਕਰ ਰਹੇ ਹਨ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰੂ ਨਾਲ ਮਿਲਣ ਹੋ ਜਾਏ, ਆਨੰਦ ਰਿਵੀਲ ਹੋ ਜਾਏ ਮਨ ਵਿੱਚ। ਆਪ ਕੁਝ ਕਹਿਣਾ ਚਾਹੋ, ਦੱਸਣਾ ਚਾਹੋ, ਸੁਧਾਰ ਕਰਨਾ ਚਾਹੋ, ਜ਼ਰੂਰ ਕਰਨਾ। ਆਪ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।